ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਸਤਿਗੁਰੂ ਜੀ ਜੋ ਸਾਨੂੰ ਮਨੁੱਖੀ ਜੀਵਾਂ ਨੂੰ, ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਮਾਣੂ ਕੱਲੈ ਉੱਠੀ ਚੱਲੈ, ਸਾਧ ਨਾਹੀ ਅਵੇਹੀ ਗੱਲੈ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੇ ਵਿੱਚੋਂ ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1412 ਦੇ ਉੱਪਰ ਸੁਭਾਏਮਾਨ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਮਨੁੱਖੀ ਜਾਮੇ ਦੇ ਵਿੱਚ ਆਏ ਹੋਏ ਜੀਆਂ ਦਾ ਹਾਲ ਵੇਖਦੇ ਨੇ ਕਿ ਜਿਸ ਕਾਰਨ ਕਰਕੇ ਇਹ ਮਨੁੱਖਾ ਜਨਮ ਪਰਮੇਸ਼ਵਰ ਨੇ ਦਿੱਤਾ, ਜੋ ਲਾਹਾ ਲੈਣ ਵਾਸਤੇ ਪ੍ਰਾਣੀ ਇਸ ਸੰਸਾਰ ਦੇ ਵਿੱਚ ਆਇਆ ਤੇ ਦੇਖਣ ਦੇ ਵਿੱਚ ਆਇਆ ਕਿ ਜਿਸ ਤਰ੍ਹਾਂ ਇਹਨੇ ਜਨਮ ਲਿਆ ਔਰ ਉਸੇ ਤਰ੍ਹਾਂ ਹੀ ਸਮਾਂ ਪਾ ਕੇ ਇਹ ਦੁਨੀਆ ਤੋਂ ਚਲਾ ਗਿਆ, ਪਰ ਜਿਸ ਕਾਰਨ ਕਰਕੇ ਆਇਆ ਸੀ ਉਹ ਕਾਰਨ ਵੀ ਇਹਨੂੰ ਸਮਝ ਨਹੀਂ ਆਈ। ਉਸ ਕਾਰਨ ਦਾ ਵੀ ਕਹਿਣ ਲੱਗੇ ਇਹਨੂੰ ਗਿਆਨ ਨਾ ਹੋਇਆ, ਔਰ ਜਿਹੜਾ ਲਾਹਾ ਜ਼ਿੰਦਗੀ ਦੇ ਵਿੱਚ ਖੱਟਣਾ ਸੀ ਉਹ ਲਾਹਾ ਵੀ ਇਹ ਲੈ ਨਾ ਸਕਿਆ। ਜਿਵੇਂ ਆਇਆ ਸੀ ਉਵੇਂ ਹੀ ਸੰਸਾਰ ਤੋਂ ਚਲਾ ਗਿਆ, ਤੇ ਜਿਹੜਾ ਜਿਸ ਤਰ੍ਹਾਂ ਆਇਆ ਉਸੇ ਤਰ੍ਹਾਂ ਹੀ ਚਲਾ ਗਿਆ। ਉਹ ਆਪਣਾ ਜਨਮ ਬੇਅਰਥ ਗਵਾ ਕੇ ਗਿਆ, ਕਿਸੇ ਲੇਖੇ ਲਾ ਕੇ ਨਹੀਂ ਗਿਆ। ਉਹਦਾ ਇਹ ਜਨਮ ਕਿਸੇ ਲੇਖੇ ਵਿੱਚ ਨਹੀਂ ਲੱਗਾ। ਅਸਲ ਦੇ ਵਿੱਚ ਜਨਮ ਤੋਂ ਬਾਅਦ ਅਸੀਂ ਇਹ ਭੁੱਲ ਹੀ ਗਏ ਕਿ ਇਸ ਜ਼ਿੰਦਗੀ ਦੇ ਵਿੱਚ ਅਸਲ ਲਾਹਾ ਅਸੀਂ ਕਿਹੜਾ ਖੱਟਣਾ ਸੀ। ਔਰ ਦੂਸਰੀ ਗੱਲ ਇਹ ਦਿਲ ਦਿਮਾਗ ਵਿੱਚੋਂ ਦੀ ਨਿਕਲ ਗਈ ਕਿ ਜਨਮ ਹੋਇਆ ਹੈ ਤਾਂ ਇੱਕ ਦਿਨ ਮੌਤ ਵੀ ਹੈ। ਜੇ ਸੰਸਾਰ ਦੇ ਵਿੱਚ ਆਇਆ ਹਾਂ ਤਾਂ ਇੱਕ ਦਿਨ ਚੱਲਣਾ ਵੀ ਹੈ। ਆਉਣ ਦਾ ਪਤਾ ਲੱਗ ਗਿਆ, ਜਨਮ ਦਾ ਪਤਾ ਲੱਗ ਗਿਆ, ਪਰ ਦੁਨੀਆ ਤੋਂ ਚੱਲਣ ਦਾ ਨਹੀਂ ਪਤਾ ਲੱਗਾ। ਬਿਨਸਨ ਦਾ ਪਤਾ ਨਹੀਂ ਲੱਗਾ, ਮੌਤ ਦਾ ਜਿਹੜਾ ਸੀ ਇਹ ਨਹੀਂ ਪਤਾ ਲੱਗਾ, ਕਿਉਂਕਿ ਅਸੀਂ ਇਹਨੂੰ ਵਿਸਾਰ ਕੇ ਭੁਲਾ ਕੇ ਬੈਠੇ ਹਾਂ, ਜਿਹਦੇ ਕਰਕੇ ਜ਼ਿੰਦਗੀ ਦਾ ਲਾਹਾ ਜਿਹੜਾ ਸੀ ਉਹ ਨਹੀਂ ਖੱਟ ਸਕਿਆ। ਖਾਲੀ ਆਇਆ ਤੇ ਖਾਲੀ ਵਾਪਸ ਮੁੜ ਗਿਆ। ਗੁਰਬਾਣੀ ਦੇ ਰਾਹੀਂ ਫਿਰ ਸਮਝਾਉਣ ਦਾ ਯਤਨ ਕੀਤਾ ਕਿ ਹੇ ਮਨੁੱਖ,
ਜੇ ਤੂੰ ਸੰਸਾਰ ਦੇ ਵਿੱਚ ਆਇਆ ਔਰ ਚਲਾ ਗਿਆ ਤੇ ਜ਼ਿੰਦਗੀ ਦਾ ਲਾਹਾ ਨਹੀਂ ਖੱਟਿਆ ਤੇ ਫਿਰ ਇਸ ਮਨੁੱਖਾ ਜਨਮ ਦਾ ਤੈਨੂੰ ਕੀ ਸਵਾਦ ਆਇਆ। ਕਈ ਵਾਰ ਹੁੰਦਾ ਹੈ ਅਸੀਂ ਬੜੀ ਦੂਰ ਦਾ ਸਫ਼ਰ ਕਰਦੇ ਹਾਂ ਤੇ ਜਦੋਂ ਦੂਰ ਦਾ ਸਫ਼ਰ ਕਰਕੇ ਅਸੀਂ ਪਹੁੰਚਦੇ ਹਾਂ ਤੇ ਸਾਡੇ ਮੁਤਾਬਕ ਉੱਥੇ ਜਿਹੜੀ ਸੋਚ ਦੇ ਮੁਤਾਬਕ ਉੱਥੇ ਕੰਮ ਨਾ ਹੋਵੇ, ਕਾਰਜ ਨਾ ਹੋਵੇ, ਜਾਂ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਨਾ ਹੋਵੇ ਤੇ ਤੁਸੀਂ ਫਿਰ ਵਾਪਸ ਪਰਤ ਕੇ ਆਓ। ਤੇ ਜਦੋਂ ਤੁਸੀਂ ਵਾਪਸ ਪਰਤ ਕੇ ਆਓਗੇ ਤਾਂ ਇੱਕੋ ਹੀ ਗੱਲ ਕਹੋਗੇ ਕਿ ਸਵਾਦ ਨਹੀਂ ਆਇਆ। ਭਾਵ ਇੰਨਾ ਸਫ਼ਰ ਵੀ ਕੀਤਾ, ਇੰਨਾ ਸਮਾਂ ਵੀ ਗਵਾਇਆ, ਇੰਨਾ ਖਰਚ ਵੀ ਕੀਤਾ, ਪਰ ਸਵਾਦ ਫਿਰ ਨਹੀਂ ਆਇਆ। ਉੱਥੇ ਜਾਣ ਦਾ ਇੱਕ ਮਜ਼ਾ ਨਹੀਂ ਆਇਆ। ਅਸੀਂ ਆਮ ਇਹ ਬਾਹਰ ਸ਼ਬਦਾਵਲੀ ਵਰਤਦੇ ਹਾਂ ਤੇ ਸਾਹਿਬ ਕਹਿੰਦੇ ਇਸੇ ਤਰ੍ਹਾਂ ਤੂੰ ਆਪਣੇ ਮਨੁੱਖਾ ਜਨਮ ਵਿੱਚ ਝਾਤ ਮਾਰ, ਜਿਹੜਾ ਤੂੰ ਜ਼ਿੰਦਗੀ ਦਾ ਲਾਹਾ ਲੈਣ ਵਾਸਤੇ ਆਇਆ ਤੇ ਜੇ ਤੂੰ ਉਹ ਲਾਹਾ ਹੀ ਨਹੀਂ ਲਿਆ ਤੇ ਫਿਰ ਤੇਰੀ ਇਸ ਜ਼ਿੰਦਗੀ ਦਾ ਕੀ ਸਵਾਦ। ਦੋ ਗੱਲਾਂ ਅਸੀਂ ਸਮਝਣੀਆਂ ਨੇ ਕਿ ਇੱਕ, ਜੇ ਸੰਸਾਰ ਦੇ ਵਿੱਚ ਆਏ ਹਾਂ ਤੇ ਇੱਕ ਦਿਨ ਦੁਨੀਆ ਤੋਂ ਚੱਲਣਾ ਹੈ। ਜੇ ਉਪਜੇ ਹਾਂ ਤੇ ਇੱਕ ਦਿਨ ਬਿਨਸਣਾ ਹੈ। ਜੇ ਜਨਮ ਹੈ ਤਾਂ ਇੱਕ ਦਿਨ ਮੌਤ ਹੈ। ਹੁਣ ਜਨਮ ਤਾਂ ਹੋਇਆ ਪਰ ਮੌਤ ਦਾ ਨਹੀਂ ਪਤਾ ਕਦੋਂ, ਕਿਵੇਂ ਔਰ ਕਿੱਥੇ ਆ ਜਾਣਾ ਹੈ। ਅਸੀਂ ਦੁਨੀਆ ਦੇ ਵਿੱਚ ਆ ਤੇ ਗਏ ਹਾਂ ਪਰ ਦੁਨੀਆ ਤੋਂ ਚੱਲਣ ਦਾ ਨਹੀਂ ਪਤਾ। ਸਾਨੂੰ ਬਾਹਰ ਦਾ ਪਤਾ ਹੁੰਦਾ ਹੈ ਕਿ ਅਸੀਂ ਆਏ ਹਾਂ, ਇੰਨੇ ਸਮੇਂ ਬਾਅਦ ਵਾਪਸ ਮੁੜ ਜਾਣਾ ਹੈ। ਅਸੀਂ ਕੁਝ ਘੰਟਿਆਂ ਬਾਅਦ ਵਾਪਸ ਮੁੜ ਜਾਣਾ, ਕੁਝ ਦਿਨਾਂ ਬਾਅਦ, ਕੁਝ ਮਹੀਨੇ ਬਾਅਦ, ਕੁਝ ਸਾਲਾਂ ਬਾਅਦ ਵਾਪਸ ਮੁੜ ਜਾਣਾ। ਉਹ ਸਾਨੂੰ ਬਾਹਰ ਦਾ ਤੇ ਪਤਾ ਹੈ ਪਰ ਅਸੀਂ ਇਸ ਸਰੀਰਕ ਚੋਲੇ ਨੂੰ ਤਿਆਗ ਕੇ ਕਦੋਂ ਚੱਲਣਾ ਹੈ ਇਹਦਾ ਸਾਨੂੰ ਗਿਆਨ ਨਹੀਂ। ਜਿਹੜਾ ਉਪਜਿਆ ਉਹਨੇ ਇੱਕ ਦਿਨ ਬਿਨਸਣਾ, ਪਰ ਕਦੋਂ ਬਿਨਸਣਾ ਹੈ ਇਹਦੀ ਸਾਨੂੰ ਸੋਝੀ ਨਹੀਂ ਹੈ, ਇਹਦਾ ਸਾਨੂੰ ਗਿਆਨ ਨਹੀਂ ਹੈ। ਇਸ ਲਈ ਅਸੀਂ ਹੱਸਣਾ, ਸੌਣਾ, ਖਾਣਾ ਪੀਣਾ, ਬਸ ਇਹੀ ਜ਼ਿੰਦਗੀ ਸਮਝ ਲਈ ਕਿ ਹੱਸ ਲੈਣਾ ਤੇ ਵਧੀਆ ਖਾ ਲੈਣਾ, ਵਧੀਆ ਪਹਿਨ ਲੈਣਾ ਔਰ ਨੱਚ ਟੱਪ ਲੈਣਾ, ਬਸ ਇਹੀ ਜ਼ਿੰਦਗੀ ਹੈ। ਪਰ ਮਹਾਰਾਜ ਕਹਿੰਦੇ ਅਸਲ ਜ਼ਿੰਦਗੀ ਇਹ ਨਹੀਂ। ਅਸਲ ਜ਼ਿੰਦਗੀ ਤਾਂ ਇਹ ਹੈ ਕਿ ਜਿਹੜਾ ਲਾਹਾ ਤੂੰ ਲੈਣ ਵਾਸਤੇ ਆਇਆ ਤੂੰ ਉਹ ਕਰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਹੁਣ ਮਨੁੱਖ ਨੇ ਪੁੱਛਿਆ, ਬੰਦੇ ਨੇ ਪੁੱਛਿਆ ਵੀ ਮੈਂ ਲਾਹਾ ਕਿਹੜਾ ਲੈਣ ਵਾਸਤੇ ਆਇਆ। ਮੈਨੂੰ ਤੇ ਇਹੀ ਸਮਝ ਆਈ ਹੈ ਕਿ ਰੋਟੀ, ਕੱਪੜਾ, ਮਕਾਨ, ਬਸ ਇਹੀ ਮੇਰੀ ਜ਼ਰੂਰਤਾਂ ਨੇ, ਇਹੀ ਮੇਰੀ ਲੋੜ ਹੈ। ਇਹ ਤਾਂ ਸਾਡੀ ਸਰੀਰ ਦੀ ਜ਼ਰੂਰਤ ਹੈ। ਜਿੰਨਾ ਚਿਰ ਸਰੀਰ ਨੇ ਚੱਲਣਾ ਜਾਂ ਜਿੰਨਾ ਚਿਰ ਸਰੀਰ ਚੱਲਦਾ ਹੈ ਉਨਾ ਚਿਰ ਸਾਨੂੰ ਰੋਟੀ, ਕੱਪੜਾ, ਮਕਾਨ, ਇਹ ਤਿੰਨੇ ਚੀਜ਼ਾਂ ਸਾਡੇ ਸਰੀਰ ਦੀਆਂ ਲੋੜਾਂ ਨੇ, ਸਰੀਰ ਦੀ ਜ਼ਰੂਰਤ ਹੈ। ਪਰ ਜਿਸ ਕਰਕੇ ਤੁਸੀਂ ਇਸ ਮਨੁੱਖਾ ਜਾਮੇ ਵਿੱਚ ਆਏ ਸੀ, ਜਿੰਦ ਕਰਕੇ, ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ, ਜਿਉ ਪਾਏ, ਇਸ ਪਿੰਡੇ ਦੇ ਵਿੱਚ, ਇਸ ਮਨੁੱਖਾ ਦੇਹੀ ਵਿੱਚ ਜਿਹੜੀ ਜਿੰਦ ਮਾਲਕ ਨੇ ਰੱਖੀ ਹੈ ਉਹ ਕਦੇ ਜਿੰਦ ਨੂੰ ਵੀ ਪੁੱਛਣਾ ਸੀ ਕਿ ਤੇਰੀਆਂ ਜ਼ਰੂਰਤਾਂ ਕਿਹੜੀਆਂ ਨੇ, ਤੇਰੀਆਂ ਲੋੜਾਂ ਕਿਹੜੀਆਂ ਨੇ। ਅਸੀਂ ਉਸ ਜਿੰਦ ਨੂੰ ਛੱਡ ਕੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਲੱਗੇ ਹੋਏ ਹਾਂ। ਜੋ ਜੋ ਸਾਡੇ ਸਰੀਰ ਨੂੰ ਸੁੱਖ ਆਰਾਮ ਚਾਹੀਦਾ ਹੈ ਉਹਦੇ ਵਾਸਤੇ ਅਸੀਂ ਲਾਹਾ ਪ੍ਰਾਪਤ ਕਰ ਰਹੇ ਹਾਂ। ਦਿਨ ਰਾਤ ਭੱਜ ਦੌੜ ਜਿਹੜੀ ਹੈ ਉਹ ਸਾਡੀ ਲੱਗੀ ਹੋਈ ਹੈ। ਉਹਦੇ ਵਿੱਚ ਅਸੀਂ ਸਰੀਰ ਦਾ ਆਰਾਮ ਵੀ ਨਹੀਂ ਵੇਖਦੇ, ਸਰੀਰ ਦੀ ਨੀਂਦ ਵੀ ਨਹੀਂ ਵੇਖਦੇ, ਭੁੱਖ ਵੀ ਅਸੀਂ ਨਹੀਂ ਵੇਖਦੇ। ਬਸ ਅਸੀਂ ਕਹਿੰਦੇ ਹਾਂ ਵੀ ਇਹ ਜਿਹੜੀਆਂ ਮੇਰੀਆਂ ਜ਼ਰੂਰਤਾਂ ਨੇ ਇਹਦੀ ਪੂਰਤੀ ਵਾਸਤੇ ਮੈਂ ਮਿਹਨਤ ਕਰਨੀ ਹੈ ਦਿਨ ਰਾਤ। ਪਰ ਮਹਾਰਾਜ ਕਹਿੰਦੇ ਇਹ ਤਾਂ ਇੱਕ ਦਿਨ ਮਿੱਟੀ ਹੋ ਜਾਣਾ, ਇਹ ਤੇ ਇੱਕ ਦਿਨ ਖਾਕ ਹੋ ਜਾਣਾ ਕਿ ਸਾਰੀ ਉਮਰ ਸਰੀਰ ਦੀਆਂ ਜ਼ਰੂਰਤਾਂ ਪੂਰੀ ਕਰਦਿਆਂ ਹੀ ਲੰਘਾ ਦੇਂਗਾ।
ਇਹਦੇ ਨਾਲ ਤੂੰ ਆਪਣੇ ਅੰਦਰ ਦੀ ਜਿੰਦ ਨੂੰ ਪੁੱਛਣਾ ਸੀ ਕਿ ਤੇਰੀ ਕਿਹੜੀ ਜ਼ਰੂਰਤ ਹੈ। ਅਸੀਂ ਆਪਣੇ ਅੰਦਰ ਦੀ ਇਸ ਜਿੰਦ ਦੀ ਆਵਾਜ਼ ਨੂੰ ਸੁਣ ਕੇ ਉਹਦੀ ਲੋੜ ਪੂਰੀ ਕਰਨੀ ਸੀ, ਉਹਦੀ ਖੁਰਾਕ ਉਹਨੂੰ ਦੇਣੀ ਸੀ। ਤੇ ਉਹਦੀ ਲੋੜ ਇੱਕੋ ਹੀ ਹੈ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਿ ਜਿੰਦ ਕਰਕੇ ਇਹ ਜਨਮ ਲੇਖੇ ਵਿੱਚ ਲੱਗ ਜਾਏ। ਜਿਹੜਾ ਵਿਛੋੜਾ ਪਰਮੇਸ਼ਵਰ ਦਾ ਪਿਆ ਹੋਇਆ ਹੈ ਇਸ ਜਿੰਦ ਨੂੰ, ਇਹਦਾ ਮਿਲਾਪ ਕਿਤੇ ਪਰਮੇਸ਼ਵਰ ਨਾਲ ਹੋ ਜਾਏ। ਇਸ ਜਿੰਦ ਨੂੰ ਪਰਮੇਸ਼ਵਰ ਦੇ ਨਾਮ ਦੀ ਖੁਰਾਕ ਚਾਹੀਦੀ ਸੀ। ਅਸੀਂ ਇਹ ਨਾਮ ਦਾ ਸੌਦਾ ਇਕੱਠਾ ਕਰਨਾ ਸੀ, ਨਾਮ ਦਾ ਧਨ, ਨਾਮ ਦਾ ਭੋਜਨ ਅਸੀਂ ਜਿਹੜਾ ਸੀ ਇਕੱਠਾ ਕਰਨਾ ਸੀ, ਕਿਉਂਕਿ ਇਹ ਸਾਡੀ ਜਿੰਦ ਦੀ ਲੋੜ, ਸਾਡੀ ਜਿੰਦ ਦੀ ਜ਼ਰੂਰਤ ਹੈ। ਪਰ ਜੇ ਸਾਰੀ ਉਮਰ ਆਪਾਂ ਸਰੀਰ ਦੀਆਂ ਲੋੜਾਂ ਹੀ ਪੂਰੀ ਕਰਦਿਆਂ ਲੰਘਾਤੀ ਤੇ ਮਹਾਰਾਜ ਕਹਿੰਦੇ ਫਿਰ ਮਨੁੱਖਾ ਜਨਮ ਦਾ ਸਵਾਦ ਕੀ ਆਇਆ। ਫਿਰ ਤੂੰ ਇਸ ਮਨੁੱਖਾ ਜਨਮ ਵਿੱਚ ਜਿਵੇਂ ਆਇਆ ਸੀ ਉਵੇਂ ਹੀ ਚਲਾ ਗਿਆ, ਕਿਉਂਕਿ ਆਉਣਾ ਜਾਣਾ ਕਿਨੇ ਹੈ? ਇਸ ਜਿੰਦ ਨੇ। ਜਿੰਦ ਜਿਵੇਂ ਆਈ ਸੀ ਉਵੇਂ ਹੀ ਇਹ ਜਿੰਦ ਸਰੀਰ ਵਿੱਚੋਂ ਚਲੀ ਗਈ, ਕਿਉਂਕਿ ਇਹਨੇ ਲਾਹਾ ਤੇ ਲਿਆ ਹੀ ਕੋਈ ਨਹੀਂ। ਸਰੀਰ ਕਰਕੇ ਅਸੀਂ ਲਾਹੇ ਲਏ ਸੀ, ਉਹ ਜਦੋਂ ਸਰੀਰ ਮਿੱਟੀ ਹੋ ਗਿਆ, ਸਭ ਕੁਝ ਮਿੱਟੀ ਹੋ ਗਿਆ, ਸਭ ਕੁਝ ਇੱਥੇ ਧਰਿਆ ਧਰਾਇਆ ਰਹਿ ਗਿਆ। ਇਸੇ ਲਈ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਦੇ ਰਾਹੀਂ ਫਿਰ ਸਾਨੂੰ ਮਨੁੱਖਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ, ਸਾਨੂੰ ਹਨੇਰੇ ਵਿੱਚੋਂ ਦੀ ਕੱਢਣ ਦਾ ਯਤਨ ਕੀਤਾ ਗਿਆ ਵੀ ਤੂੰ ਕਿਹੜੇ ਭਰਮ ਦੇ ਵਿੱਚ ਰਹਿ ਰਿਹਾ ਬੰਦਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਸੰਸਾਰ ਦੇ ਪ੍ਰਾਣੀ ਤੂੰ ਜ਼ਿੰਦਗੀ ਦੇ ਵਿੱਚ ਲਾਹਾ ਜਿਹੜਾ ਲੈਣਾ ਹੈ ਉਸ ਪਾਸੇ ਧਿਆਨ ਦੇ। ਰੋਜ਼ ਸਾਨੂੰ ਕਿਹਾ ਸੀ ਅੰਮ੍ਰਿਤ ਬਾਣੀ ਦਾ ਅਭਿਆਸ ਕਰਿਓ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਿਰ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਇਆ ਕਿ ਇੱਕ ਗੱਲ ਧਿਆਨ 'ਚ ਰੱਖਿਓ, ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕਹਿ ਕਾਲ। ਜਿਹੜਾ ਇਹ ਸਰੀਰ ਉਪਜਿਆ, ਜਨਮ ਲਿਆ ਨਾ, ਇਹਨੇ ਇੱਕ ਦਿਨ ਬਿਨਸ ਜਾਣਾ, ਅੱਜ ਨਹੀਂ ਤਾਂ ਕੱਲ। ਜੇ ਅੱਜ ਇਹ ਸਰੀਰ ਸਾਡਾ ਜਿਹੜਾ ਇਹ ਨਹੀਂ ਬਿਨਸਿਆ ਤੇ ਕੱਲ ਬਿਨਸ ਜਾਏਗਾ, ਪਰ ਇੱਕ ਦਿਨ ਸਮਾਂ ਆਉਣਾ ਹੈ। ਇੱਕ ਦਿਨ ਸਾਡੇ ਜੀਵਨ ਵਿੱਚ ਉਹ ਟਾਈਮ, ਉਹ ਪਲ ਆਉਣਾ ਹੈ ਜਦੋਂ ਅਸੀਂ ਇਹ ਸਰੀਰਕ ਚੋਲਾ ਤਿਆਗ ਕੇ ਚੱਲਣਾ ਹੈ। ਉਹ ਅੱਜ ਆ ਜਾਏ ਜਾਂ ਕੱਲ ਆ ਜਾਏ, ਪਰ ਆਉਣਾ ਹੈ। ਕਦੋਂ ਆਉਣਾ ਹੈ ਇਹ ਨਹੀਂ ਸਾਨੂੰ ਪਤਾ। ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਤੂੰ ਇਹ ਜੰਜਾਲ ਛੱਡ ਤੇ ਉਸ ਮਾਲਕ ਦੇ ਗੁਣ ਗਾ, ਅਸਲ ਜ਼ਿੰਦਗੀ ਦਾ ਲਾਹਾ ਤੈਨੂੰ ਇੱਥੇ ਮਿਲਣਾ ਹੈ। ਤਾਂ ਜੀਵਨ ਜਿਉਣ ਦਾ ਸਵਾਦ ਤੈਨੂੰ ਆਏਗਾ ਜੇ ਤੂੰ ਉਸ ਮਾਲਕ ਦੇ ਗੁਣ ਗਾਏਗਾ। ਬਚਪਨ ਵੀ ਲੰਘ ਗਿਆ, ਜੋਬਨ ਵੀ ਲੰਘ ਗਿਆ, ਬੁਢੇਪਾ ਵੀ ਲੰਘ ਗਿਆ, ਪਰ ਹਜੇ ਤੱਕ ਇਹ ਹੀ ਨਹੀਂ ਸਮਝ ਆਈ ਕਿ ਮੈਂ ਇਸ ਦੁਨੀਆ ਵਿੱਚ ਆਇਆ ਕਾਹਦੇ ਵਾਸਤੇ ਹਾਂ। ਮੈਂ ਦੁਨੀਆ ਤੋਂ ਕੀ ਖੱਟ ਕੇ ਲੈ ਜਾਣਾ ਤੇ ਮੈਂ ਖੱਟ ਕੀ ਰਿਹਾ ਹਾਂ। ਫਿਰ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਇੱਕ ਗੱਲ ਧਿਆਨ ਰੱਖਿਓ, ਸਾਥ ਨਾ ਚੱਲੈ ਬਿਨ ਭਜਨ। ਜਿਹੜੀ ਭਜਨ ਬੰਦਗੀ ਤੁਸੀਂ ਕਰਨੀ ਹੈ, ਜਿਹੜੇ ਉਸ ਮਾਲਕ ਦੇ ਗੁਣ ਗਾਉਣੇ ਨੇ, ਇਹੀ ਤੁਹਾਡੀ ਜਿੰਦ ਨਾਲ ਨਿਭਣਾ ਹੈ, ਬਾਕੀ ਤੇ ਸਭ ਕੁਝ ਇੱਥੇ ਰਹਿ ਜਾਣਾ ਹੈ। ਸਾਡੀ ਜਿੰਦ ਨਾਲ ਕੀ ਨਿਭਣਾ ਹੈ ਅਸੀਂ ਉਹ ਵੇਖਣਾ ਹੈ। ਸਰੀਰ ਨਾਲ ਤੇ ਅਸੀਂ ਬੜਾ ਕੁਝ ਇਕੱਠਾ ਕਰ ਰਹੇ ਹਾਂ, ਕਰਿਆ ਵੀ ਬਹੁਤ ਕੁਝ ਹੈ, ਪਰ ਇਹ ਦੇਖਣਾ ਵੀ ਮੈਂ ਆਪਣੀ ਜਿੰਦ ਲਈ ਹੁਣ ਕੀ ਕੀਤਾ ਹੈ। ਹੁਣ ਤੱਕ ਮੈਂ ਇੰਨੇ ਸਾਲ ਸੰਸਾਰ ਵਿੱਚ ਹੋ ਗਏ, 20 ਸਾਲ 30 ਸਾਲ 40 50 60 70 ਸਾਲ ਹੋ ਗਏ, ਤੇ ਮੈਂ ਇਹਨਾਂ 60 70 ਸਾਲਾਂ ਦੇ ਵਿੱਚ ਹੁਣ ਤੱਕ ਆਪਣੀ ਜਿੰਦ ਵਾਸਤੇ ਕੀ ਕੀਤਾ ਹੈ। ਗੁਰਬਾਣੀ ਦੇ ਰਾਹੀਂ ਸਾਨੂੰ ਇਹ ਗੱਲਾਂ ਸਮਝਾਉਣ ਵਾਸਤੇ ਫਿਰ
ਭਗਤ ਜਨਾਂ ਨੇ ਵੀ ਜੋ ਉਹਨਾਂ ਨੂੰ ਸਮਝ ਆਈ ਉਹਨਾਂ ਨੇ ਸਮਝਾਇਆ। ਗੁਰੂ ਸਾਹਿਬ ਜੀ ਨੇ ਵੀ ਅੰਮ੍ਰਿਤ ਬਾਣੀ ਦੇ ਰਾਹੀਂ ਸਾਨੂੰ ਸਮਝਾਇਆ। ਕਹਿਣ ਲੱਗੇ, ਦੇਖੀ 10 ਬਾਲਤਨ 20 ਰਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਗ ਖਿਸੈ, 60 ਕੈ ਬੜੇਪਾ ਆਵੈ, 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੈ, 90 ਕਾ ਸਿਜ ਆਸਣੀ, ਮੂਲ ਨਾ ਜਾਣੇ ਅਪ ਬਲ। ਸਾਰੀ ਗਿਣਤੀ ਜਿਹੜੀ ਸੀ ਉਹ ਕਰ ਦਿੱਤੀ। ਹਾਲਾਂਕਿ ਸਮੇਂ ਦੇ ਮੁਤਾਬਕ ਆਪਾਂ ਕਮਜ਼ੋਰ ਹੋ ਚੁੱਕੇ ਹਾਂ। ਹੁਣ ਤੇ ਬਸ ਜਦੋਂ ਜੋਬਨ ਚੜ੍ਹਦਾ ਹੈ ਉਦੋਂ ਤੇ ਬੜੇਪਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਦੇ ਵਿੱਚ ਆਖਿਆ ਸੀ 60 ਕੈ ਬੜੇਪਾ ਆਵੈ, 60 ਸਾਲ ਦੀ ਉਮਰ ਵਿੱਚ ਜਾ ਕੇ ਬੜੇਪਾ ਆਉਂਦਾ ਹੈ, ਤੇ ਹੁਣ ਤੇ 40 ਤੇ ਹੀ ਨਜ਼ਰ ਆਉਣ ਲੱਗ ਜਾਂਦਾ ਹੈ। ਕਿਉਂਕਿ ਸਾਡੇ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਹੋ ਗਏ, ਸਾਡੀ ਖੁਰਾਕ ਔਰ ਸਾਡੇ ਸਰੀਰ ਦੇ ਵਿੱਚ ਕਹਿ ਲਓ ਕਿ ਕਮਜ਼ੋਰੀ ਇੰਨੀ ਆ ਚੁੱਕੀ ਹੈ ਵੀ ਹੁਣ ਤਾਂ ਬੜੇਪਾ ਜਲਦੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਗੱਲਾਂ ਬਿਮਾਰੀਆਂ ਅਸੀਂ ਬੜੇਪੇ ਵਿੱਚ ਸੁਣਦੇ ਸਾਂ ਉਹ ਤੇ ਹੁਣ ਬਚਪਨ 'ਚ ਹੀ ਨਜ਼ਰ ਆਉਣ ਲੱਗ ਗਈਆਂ, ਜੋਬਨ ਵਿੱਚ ਹੀ ਨਜ਼ਰ ਆਉਣ ਲੱਗ ਗਈਆਂ। ਕਿਉਂਕਿ ਅਸੀਂ ਨਾ ਆਪਣੇ ਜੀਵਨ ਦੇ ਵਿੱਚ ਜਿੰਦ ਦੀ ਸੰਭਾਲ ਕੀਤੀ ਤੇ ਨਾ ਆਪਣੇ ਸਰੀਰ ਦੀ। ਔਰ ਕੁਝ ਸਵਾਰਥੀ ਲੋਕਾਂ ਨੇ, ਲਾਲਚੀ ਲੋਕਾਂ ਨੇ, ਪਦਾਰਥਵਾਦੀ ਲੋਕਾਂ ਨੇ ਜ਼ਹਿਰ ਹੀ ਇੰਨੀ ਫੈਲਾ ਦਿੱਤੀ ਹੈ ਕਿ ਅਸੀਂ ਆਪਣੇ ਸਰੀਰ ਦਾ ਬਲ ਜਿਹੜਾ ਉਹ ਕਾਇਮ ਰੱਖ ਹੀ ਨਹੀਂ ਸਕਦੇ। ਨਿਤ ਤਾਂ ਥੋੜੀ ਥੋੜੀ ਜ਼ਹਿਰ ਅਸੀਂ ਖਾ ਰਹੇ ਹਾਂ। ਕਿੰਨਾ ਕੁ ਬਚਾਅ ਅਸੀਂ ਦੁਨੀਆ ਦੇ ਵਿੱਚ ਕਰਾਂ? ਕਿਹੜੀ ਚੀਜ਼ ਤੋਂ ਕਰੋਗੇ? ਹਰ ਚੀਜ਼ ਵਿੱਚ ਤਾਂ ਮਿਲਾਵਟ ਹੈ, ਹਰ ਚੀਜ਼ ਤਾਂ ਜ਼ਹਿਰੀਲੀ ਹੋ ਚੁੱਕੀ ਹੈ। ਅਸੀਂ ਕਿੱਥੋਂ ਕਿਵੇਂ ਆਪਣਾ ਬਚਾਅ ਕਰਾਂਗੇ? ਜੇ ਆਪਣਾ ਆਪ ਵੀ ਬਚਾਵਾਂਗੇ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਹਵਾ ਜਿਹੜੀ ਹੈ ਉਹ ਵੀ ਦੂਸ਼ਿਤ ਹੋ ਗਈ, ਪਾਣੀ ਵੀ ਦੂਸ਼ਿਤ ਹੋ ਗਿਆ, ਖਾਣ ਵਾਲੇ ਪਦਾਰਥ ਵੀ ਜ਼ਹਿਰੀਲੇ ਹੋ ਗਏ। ਅਸੀਂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਹਵਾ ਤੋਂ ਬਿਨਾਂ ਨਹੀਂ ਰਹਿ ਸਕਦੇ, ਖਾਣ ਵੀ ਪੀਣ ਵਾਲੇ ਪਦਾਰਥਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਆਪਣਾ ਬਚਾਅ ਕਿਵੇਂ ਕਰੋਗੇ? ਫਿਰ ਉਹਨਾਂ ਸਵਾਰਥੀ ਲੋਕਾਂ, ਲਾਲਚੀ ਲੋਕਾਂ ਨੂੰ ਵੀ ਸਮਝਾਇਆ ਗਿਆ ਕਿ ਜਿਹੜੇ ਲਾਲਚ ਵਿੱਚ ਆ ਕੇ ਤੁਸੀਂ ਦੂਜਿਆਂ ਦੇ ਘਰ ਉਜਾੜਦੇ ਹੋ, ਧਿਆਨ ਰੱਖਿਓ ਇਹੀ ਲਾਲਚ ਇੱਕ ਦਿਨ ਤੁਹਾਡਾ ਆਪਣਾ ਘਰ ਵੀ ਉਜਾੜ ਦੇਗਾ। ਦੂਜਿਆਂ ਨੂੰ ਨਸ਼ੇ ਜ਼ਹਿਰ ਵੰਡਣ ਵਾਲੇ ਜਿੱਦਣ ਆਪਣੇ ਘਰ ਵਿੱਚ ਨਸ਼ਾ ਜ਼ਹਿਰ ਆਏ ਉਹਦਾ ਅਸਰ ਦਿਖਾਈ ਦੇਗਾ, ਉਸ ਦਿਨ ਰੋਣ ਤੋਂ ਸਿਵਾ ਕੁਝ ਨਹੀਂ ਰਹਿ ਜਾਣਾ। ਇਸ ਲਈ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਕਿ ਦੇਖ ਆਹ ਤੇਰੀ ਜ਼ਿੰਦਗੀ ਦੀ ਹਾਲਤ ਹੈ, ਇੱਕ ਦਿਨ ਧੂਆਂ ਬਣ ਕੇ ਉੱਡ ਜਾਏਗਾ। ਫਿਰ ਆਖਿਆ ਕਿ 10 ਸਾਲ ਜਿਹੜੇ ਸੀ ਤੇਰੇ ਬਾਲਪਨ ਵਿੱਚ ਬੀਤ ਗਏ, 12 ਸਾਲ ਜਿਹੜੇ ਸੀ ਤੇਰੇ ਬਾਲਪਨ ਦੇ ਵਿੱਚ ਬਤੀਤ ਹੋ ਗਏ, ਔਰ 20 ਸਾਲਾਂ ਤੱਕ ਜਿਹੜਾ ਸੀ ਕੋਈ ਤਪ ਨਹੀਂ ਕੀਤਾ, ਕੋਈ ਬੰਦਗੀ ਨਹੀਂ ਕੀਤੀ, ਕੋਈ ਨਾਮ ਸਿਮਰਨ ਨਹੀਂ ਕੀਤਾ। 30 ਸਾਲਾਂ ਦੀ ਉਮਰ ਤੱਕ ਜਾ ਕੇ ਤੈਨੂੰ ਸਮਝ ਹੀ ਕੁਛ ਨਹੀਂ ਆਈ। ਬਸ ਫਿਰ ਉਸ ਤੋਂ ਬਾਅਦ ਕੀ ਸੀ? ਮੇਰੀ ਇੰਨੀ ਪੱਕ ਗਈ, ਹੰਕਾਰ ਇੰਨਾ ਪੱਕ ਗਿਆ। 30 ਸਾਲ ਤੋਂ ਬਾਅਦ ਫਿਰ ਹੰਕਾਰ ਛੱਡਣਾ ਔਖਾ ਹੋ ਗਿਆ। ਫਿਰ ਮੇਰੀ ਕਰਦਿਆਂ ਜਨਮ ਇੱਕ ਦਿਨ ਖਤਮ ਹੋ ਗਿਆ। ਤੇ ਕੀ ਖਟਿਆ ਅਸੀਂ ਦੁਨੀਆ 'ਚ? 12 ਸਾਲ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। ਕਹਿਣ ਲੱਗੇ 12 ਸਾਲ ਬਾਲਪਨ ਵਿੱਚ ਹੀ ਬੀਤ ਗਏ ਤੇ 20 ਤੱਕ ਕੋਈ ਤਪ ਕਰਨਾ ਹੀ ਨਹੀਂ ਸਿੱਖਿਆ, ਔਰ ਜ਼ਿੰਦਗੀ ਬਸ ਮੇਰੀ ਕਰਦਿਆਂ ਬਤੀਤ ਹੋ ਗਈ। ਤੇ ਬੰਦਿਆ ਤੂੰ ਜ਼ਿੰਦਗੀ ਦਾ ਲਾਹਾ ਕੀ ਖੱਟਿਆ? ਕੀ ਲੈ ਕੇ ਗਿਆ ਦੁਨੀਆ 'ਚੋਂ? ਅੱਜ ਸਮਾਜ ਵਿੱਚ ਨਫ਼ਰਤ, ਈਰਖਾ ਭਰੇ ਹੰਕਾਰ ਭਰਿਆ ਪਿਆ, ਤੇ ਅਸੀਂ ਇਸ ਈਰਖਾ, ਨਫ਼ਰਤ, ਹੰਕਾਰ ਵਿੱਚ ਕਿਹੜੀ ਖੱਟੀ ਖੱਟ ਰਹੇ ਹਾਂ? ਕੀ ਅਸੀਂ ਦੁਨੀਆ ਤੋਂ ਖੱਟ ਕੇ ਲੈ ਜਾਣਾ? ਅਨੰਤ ਤਰੀਕੇ ਦੇ ਨਾਲ ਗੁਰਬਾਣੀ ਵਿੱਚ ਸਮਝਾਉਣ ਦਾ ਯਤਨ ਕੀਤਾ ਗਿਆ। ਬਾਲਪਨ ਦੇ ਵਿੱਚ ਸਮਝ ਆ ਗਈ ਬਾਬਾ ਬੁੱਢਾ ਸਾਹਿਬ ਜੀ ਨੂੰ। ਬਾਬਾ ਬੁੱਢਾ ਸਾਹਿਬ ਜੀ ਦੀ 12 ਸਾਲ ਦੀ ਉਮਰ ਹੀ ਹੈ ਨਾ, ਤੇ ਬਾਲਪਨ ਜਿਹੜਾ ਉਹ 12 ਤੱਕ ਹੀ ਮੰਨਿਆ, ਜਾਂ 10 ਸਾਲ ਤੱਕ ਬਾਲਪਨ ਨਹੀਂ ਮੰਨਿਆ। ਸਮਝ ਆ ਗਈ ਬਾਲਪਨ ਦੇ ਵਿੱਚ
ਜੋਬਨ ਵੀ ਸੰਭਲ ਗਿਆ ਤੇ ਬੜੇਪਾ ਵੀ ਸੰਭਲ ਗਿਆ, ਤੇ ਜਿਹੜੀ ਖੱਟੀ ਖੱਟ ਕੇ ਜਾਣੀ ਸੀ ਤੇ ਉਸ ਦਿਨ ਫਿਰ ਗੁਰਮੁਖ ਜਨਮ ਸਵਾਰ, ਦਰਗਹ ਚੱਲਿਆ ਸੱਚੀ ਦਰਗਹ ਜਾਏ, ਸੱਚਾ ਪਿੜ ਮੱਲਿਆ। ਆ ਜਿਹੜੀ ਖੱਟੀ ਖੱਟਣੀ ਸੀ ਉਹ ਜ਼ਿੰਦਗੀ ਦਾ ਲਾਹਾ ਲੈ ਕੇ ਗਏ, ਪਰ ਸਮਝ ਆ ਗਈ। ਤੇ ਸਮਝ ਕਿੱਥੋਂ ਆਈ? ਜਿੰਨਾ ਚਿਰ ਹਲੂਣਾ ਨਹੀਂ ਮਿਲੇਗਾ, ਕੋਈ ਚੋਟ ਨਹੀਂ ਲੱਗੇਗੀ, ਅਸੀਂ ਠੇਡਾ ਖਾ ਕੇ ਡਿੱਗਾਂਗੇ ਨਹੀਂ, ਉਨਾ ਚਿਰ ਸਾਨੂੰ ਸਮਝ ਨਹੀਂ ਆਏਗੀ। ਕਈ ਵਾਰ ਨਾ ਬੰਦੇ ਨੂੰ ਸਮਝਾਓ ਵੀ ਆਹ ਗੱਲ ਜਿਹੜਾ ਕੰਮ ਗਲਤ ਹੈ, ਨਹੀਂ ਸਮਝਦਾ, ਉਹਨੂੰ ਛੱਡ ਦਿੰਦੇ ਆ। ਅਸੀਂ ਕਹਿੰਦੇ ਆ ਵੀ ਜਦੋਂ ਠੇਡਾ ਖਾ ਕੇ ਡਿੱਗੇਗਾ ਆਪੇ ਸਮਝ ਆਏਗਾ, ਜਦੋਂ ਕੋਈ ਠੋਕਰ ਲੱਗੇਗੀ ਆਪੇ ਸਮਝ ਆ ਜਾਏਗੀ। ਇੱਕ ਦਿਨ ਚੁੱਲ੍ਹਾ ਬਾਲਦਿਆਂ ਹੋਇਆਂ ਸਮਝ ਆਈ ਕਿ ਜੇ ਵੱਡੀਆਂ ਲੱਕੜਾਂ ਨੂੰ ਅੱਗ ਲਾਉਣੀ ਹੈ ਤੇ ਪਹਿਲਾਂ ਛੋਟੀਆਂ ਬਾਲਣੀਆਂ ਪੈਣਗੀਆਂ। ਤੇ ਇੱਥੇ ਤੇ ਪਤਾ ਹੀ ਕੋਈ ਨਹੀਂ, ਜ਼ਰੂਰੀ ਨਹੀਂ ਵੀ ਬੜੇਪੇ ਤੱਕ ਦਾ ਸਫ਼ਰ ਹੈ, ਇੱਥੇ ਤੇ ਪਤਾ ਹੀ ਕੋਈ ਨਹੀਂ, ਬਚਪਨ ਵਿੱਚ ਹੀ ਸਫ਼ਰ ਮੁੱਕ ਜਾਏ, ਬਾਲਪਨ ਵਿੱਚ ਹੀ ਸਮਾਂ ਮੁੱਕ ਜਾਏ। ਸਮਝ ਆ ਗਈ ਤੇ ਗੁਰੂ ਨਾਨਕ ਸਾਹਿਬ ਜੀ ਨਾਲ ਇੱਕ ਦਿਨ ਮੇਲ ਹੋ ਗਿਆ ਤੇ ਚਰਨਾਂ ਵਿੱਚ ਆ ਕੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਪਤਾ ਨਹੀਂ ਜ਼ਿੰਦਗੀ ਦਾ ਸਮਾਂ ਕਿੰਨਾ ਬਾਕੀ ਹੈ, ਪਤਾ ਨਹੀਂ ਇਸ ਦੁਨੀਆ ਤੋਂ ਚੱਲਣ ਦੀ ਵਾਰੀ ਕਦੋਂ ਆ ਜਾਣੀ ਹੈ। ਬਾਬਾ ਨਾਨਕ ਜੀ, ਮੈਂ ਚਾਹੁੰਦਾ ਵੀ ਜਿੰਨਾ ਸਮਾਂ ਮੇਰਾ ਹੈ ਮੈਂ ਤੁਹਾਡੇ ਲੇਖੇ ਲਾਉਣਾ ਚਾਹੁੰਦਾ, ਮੈਂ ਜ਼ਿੰਦਗੀ ਦਾ ਅਸਲ ਲਾਹਾ ਖੱਟਣਾ ਚਾਹੁੰਦਾ ਜਿਹੜਾ ਮੈਂ ਖੱਟਣ ਵਾਸਤੇ ਇਸ ਦੁਨੀਆ ਵਿੱਚ ਆਇਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਨਾਮ ਕੀ ਹੈ ਤੇਰਾ? ਕਹਿਣ ਲੱਗੇ, ਮੇਰਾ ਨਾਮ। ਮਾਪੇ ਤਾਂ ਮੈਨੂੰ ਬੂੜਾ ਬੂੜਾ ਕਹਿ ਕੇ ਬੁਲਾਉਂਦੇ ਨੇ। ਤੇ ਸਾਹਿਬ ਕਹਿੰਦੇ, ਹੈ ਤਾਂ ਤੂੰ ਬਾਲਪਨ ਦੇ ਵਿੱਚ, ਬਾਲਪਨ ਵਾਲੀ ਤੇਰੀ ਜਿਹੜੀ ਉਮਰ ਹੈ, ਅਵਸਥਾ ਹੈ, ਨਾਮ ਤੇਰਾ ਮਾਪਿਆਂ ਨੇ ਬੂੜਾ ਰੱਖਿਆ, ਪਰ ਸਾਨੂੰ ਤੇ ਇਦਾਂ ਲੱਗਦਾ ਜਿਵੇਂ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ ਹੁੰਦੀਆਂ ਨੇ। ਭਾਵ ਕਿ ਉਸ ਬੜੇਪੇ ਵਿੱਚ ਜਾ ਕੇ ਵੀ ਕਈ ਵਾਰ ਇਹ ਗੱਲ ਸਮਝ ਨਹੀਂ ਆਉਂਦੀ, ਉਹ ਗੱਲ ਸਮਝ ਨਹੀਂ ਆਉਂਦੀ ਜਿਹੜੀ 12 ਸਾਲਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਝ ਆ ਗਈ। ਉਸ ਦਿਨ ਤੋਂ ਬਾਅਦ ਸਾਰਾ ਜੀਵਨ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਤੇ ਉਹ ਨਾਮ ਦੀ ਖੱਟੀ ਖੱਟ ਲਈ ਜਿਹੜੀ ਖੱਟਣ ਵਾਸਤੇ ਇਸ ਸੰਸਾਰ ਵਿੱਚ ਆਏ ਸੀ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਾਰ-ਬਾਰ ਸਮਝਾਇਆ ਕਿ ਸਿਰਫ ਸਰੀਰ ਦੀਆਂ ਲੋੜਾਂ ਪੂਰੀਆਂ ਨਾ ਕਰਦੇ ਰਹੋ, ਆਪਣੀ ਜਿੰਦ ਨੂੰ ਵੀ ਪੁੱਛੋ ਇਹਦੀ ਜ਼ਰੂਰਤ ਕਿਹੜੀ ਹੈ, ਇਹਦੀ ਲੋੜ ਕਿਹੜੀ ਹੈ। ਉਹ ਅੰਦਰੋਂ ਰੋ ਰੋ ਕੇ ਕਹਿ ਰਹੀ ਹੈ ਕਿ ਮੇਰੀ ਇਸ ਨਿਮਾਣੀ ਜਿੰਦ ਦੀ ਵੀ ਆਵਾਜ਼ ਸੁਣ ਲਓ, ਮੈਨੂੰ ਨਾਮ ਦੀ ਖੁਰਾਕ ਦੇ ਦਿਓ, ਮੈਨੂੰ ਰੱਬੀ ਬਾਣੀ ਦੀ, ਨਾਮ ਦੀ ਖੁਰਾਕ, ਭਜਨ ਬੰਦਗੀ ਦੀ ਖੁਰਾਕ ਚਾਹੀਦੀ ਹੈ, ਕਿਉਂਕਿ ਇਹਦੇ ਬਲ ਨਾਲ ਹੀ ਤੇ ਮੈਂ ਆਪਣੇ ਮਾਲਕ ਨੂੰ ਮਿਲਣਾ। ਹੁਣ ਸਰੀਰ ਦੀ ਜਿਹੜੀ ਖੁਰਾਕ ਉਹ ਭੋਜਨ ਹੈ, ਜੇ ਭੋਜਨ ਨਹੀਂ ਮਿਲੇਗਾ ਦਿਨੋਂ ਦਿਨ ਕਮਜ਼ੋਰ ਹੋ ਜਾਓਗੇ, ਸਰੀਰ ਇੱਕ ਦਿਨ ਸੁੱਕ ਜਾਏਗਾ। ਤੇ ਜੇ ਸਾਡੀ ਰੂਹ ਨੂੰ ਖੁਰਾਕ ਨਾ ਮਿਲੀ ਤੇ ਇਹ ਵੀ ਤੇ ਅੰਦਰੋਂ ਕਮਜ਼ੋਰ ਹੋ ਜਾਏਗੀ। ਇਸ ਲਈ ਇਹਨੂੰ ਰੱਬੀ ਬਾਣੀ ਦੀ ਖੁਰਾਕ ਚਾਹੀਦੀ ਹੈ, ਇੱਕ ਭੋਜਨ। ਤਾਈ ਤੇ ਗੁਰੂ ਨਾਨਕ ਸਾਹਿਬ ਦੇ ਘਰ 'ਚ 2 ਤਰ੍ਹਾਂ ਦੇ ਲੰਗਰ ਹਰ ਵੇਲੇ ਚੱਲਦੇ ਰਹਿੰਦੇ ਨੇ, ਇੱਕ ਗੁਰਬਾਣੀ ਦਾ ਲੰਗਰ, ਸ਼ਬਦ ਦਾ ਲੰਗਰ, ਤੇ ਇੱਕ ਅੰਨ ਦਾ ਲੰਗਰ। ਇਹ ਜਿੱਥੇ ਮਹਾਰਾਜ ਕਹਿੰਦੇ ਤੁਸੀਂ ਪੇਟ ਭਰਨ ਵਾਸਤੇ ਲੰਗਰ ਵਿੱਚ ਜਾ ਕੇ ਅੰਨ ਦਾ ਲੰਗਰ ਛਕਦੇ ਹੋ, ਉੱਥੇ ਸੰਗਤ ਵਿੱਚ ਬੈਠ ਕੇ ਗੁਰ ਸ਼ਬਦ ਦਾ ਲੰਗਰ ਵੀ ਛਕੋ। ਅਸੀਂ ਇਹ ਸ਼ਬਦ ਜਿਹੜਾ ਹੁਣ ਗੁਰਬਾਣੀ ਦੇ ਵਿੱਚ ਕੀ ਹੈ, ਭੋਜਨ ਹੀ ਹੈ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਹੁਣ ਇਹਨੂੰ ਖਾਣਾ ਕਿਵੇਂ ਹੈ? ਮਨ ਨੇ। ਪਚਾਉਣਾ ਕਿਵੇਂ ਹੈ? ਮਨ ਨੇ। ਹੁਣ ਭੋਜਨ ਖਾਦਾ ਸੀ ਇਹਨਾਂ ਅੱਖਾਂ ਰਾਹੀਂ, ਕੰਨਾਂ ਰਾਹੀਂ, ਜ਼ੁਬਾਨ ਦੇ ਰਾਹੀਂ, ਗੁਰਬਾਣੀ ਨਾਲ ਤੇ ਅਸੀਂ ਜੁੜੇ ਸੀ, ਪਰ ਇਹ ਭੋਜਨ ਮਨ ਤੱਕ ਪਹੁੰਚਿਆ ਹੀ ਨਹੀਂ। ਇਹ ਖੁਰਾਕ ਜਿਹੜੀ ਲਈ ਸੀ ਉਹ ਤੇ ਕੰਨਾਂ 'ਚ ਰਹਿ ਗਈ, ਅੱਖਾਂ 'ਚ ਰਹਿ ਗਈ, ਜ਼ੁਬਾਨ ਤੇ ਰਹਿ ਗਈ, ਮਨ ਤੱਕ ਪਹੁੰਚੀ ਨਹੀਂ। ਤੇ ਜੇ ਮਨ ਤੱਕ ਪਹੁੰਚੀ ਸੀ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਉਹ ਪਚਣ ਨਹੀਂ ਦਿੱਤੀ। ਤੇ ਜੇ ਉਹ ਗੁਰਬਾਣੀ ਦਾ ਭੋਜਨ ਪਚਿਆ ਹੀ ਨਹੀਂ ਤੇ ਫਿਰ ਅੱਗੋਂ ਉਹ ਜਿੰਦ ਤੱਕ ਕਿਵੇਂ ਪਹੁੰਚਣਾ ਸੀ। ਕਈ ਵਾਰ ਅਸੀਂ ਭੋਜਨ ਖਾਂਦੇ ਆਂ, ਪੇਟ ਭਰ ਕੇ ਖਾਂਦੇ ਆਂ, ਪਰ ਜੇ ਉਹ ਪਚਿਆ ਹੀ ਨਹੀਂ ਤੇ ਫਿਰ ਕੀ ਹੁੰਦਾ ਹੈ?
ਫਿਰ ਉਹ ਜਿਹੜਾ ਬਾਹਰ ਨਿਕਲ ਜਾਂਦਾ ਹੈ। ਫਿਰ ਬੰਦੇ ਨੂੰ ਘਬਰਾਹਟ ਜਿਹੜੀ ਹੈ ਉਹ ਹੁੰਦੀ ਹੈ, ਪਚਿਆ ਹੀ ਨਹੀਂ, ਪਚਿਆ ਹੁੰਦਾ ਤੇ ਉਹ ਰਸ ਬਣ ਜਾਣਾ ਸੀ, ਬਲੱਡ ਬਣ ਜਾਣਾ ਸੀ, ਪਰ ਉਹ ਪਚਿਆ ਹੀ ਨਹੀਂ। ਉਹਨੇ ਕਈ ਬਿਮਾਰੀਆਂ ਲਾ ਦਿੱਤੀਆਂ। ਕਹਿਣ ਲੱਗੇ ਇਸ ਨੂੰ ਖਾ ਕੇ ਪਚਾਉਣਾ ਹੈ ਮਨ ਦੇ ਰਾਹੀਂ, ਤੇ ਜਦੋਂ ਮਨ ਤੋਂ ਅੱਗੇ ਨਾਮ ਦੀ ਖੁਰਾਕ ਚੱਲੇਗੀ ਫਿਰ ਇਹ ਤੁਹਾਡੀ ਜਿੰਦ ਤੱਕ ਪਹੁੰਚ ਜਾਏਗੀ। ਫਿਰ ਹੈ ਜ਼ਿੰਦਗੀ ਦਾ ਸਵਾਦ, ਫਿਰ ਹੈ ਜ਼ਿੰਦਗੀ ਦਾ ਲਾਹਾ। ਤੇ ਜੇ ਅਸੀਂ ਆ ਭਜਨ ਬੰਦਗੀ ਨਾਮ ਸਿਮਰਨ ਸਤ ਸੰਗ ਵਾਲੇ ਰਾਹ ਤੁਰੇ ਹੀ ਨਹੀਂ, ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਗਵਾ ਲਈ, ਤੇ ਇਹ ਸੋਚ ਕੇ ਵੀ ਮੇਰੇ ਕੋਲ ਘਰ ਵਧੀਆ, ਰੋਟੀ ਵਧੀਆ, ਕੱਪੜਾ ਵਧੀਆ, ਮੇਰੇ ਕੋਲ ਧਨ ਦੌਲਤ ਪੈਸਾ ਬਹੁਤ ਹੈ, ਮੈਂ ਸਾਰੀ ਉਮਰ ਬੈਠ ਕੇ ਖਾ ਸਕਦਾ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਬੈਠ ਕੇ ਖਾ ਸਕਦੀਆਂ ਨੇ, ਪਰ ਮਹਾਰਾਜ ਕਹਿੰਦੇ ਫਾਇਦਾ ਕੀ ਹੈ, ਲਾਭ ਕੀ ਹੋਇਆ? ਨਾਂਗੇ ਪਾਮੋਂ ਤੇ ਗਏ ਜਿਨ ਕੇ ਲੱਖ ਕਰੋੜ। ਅਸੀਂ ਅਖੀਰ ਨੂੰ ਕੀ ਹੋਇਆ? ਇੱਕ ਕੌਡੀ ਵੀ ਜਿਹੜੀ ਸੀ ਉਹ ਤੇਰੇ ਕੰਮ ਨਹੀਂ ਆਈ, ਤੇ ਫਿਰ ਕੀ ਆਇਆ ਜ਼ਿੰਦਗੀ ਦਾ ਸਵਾਦ? ਅੱਜ ਦੇ ਇਸ ਸ਼ਲੋਕ ਵਿੱਚ ਇਹੀ ਗੱਲ ਸਮਝਾ ਰਹੇ ਨੇ ਕਿ ਬੰਦਿਆ, ਮਨੁੱਖਾ ਜਾਮੇ ਦੇ ਵਿੱਚ ਪਰਮੇਸ਼ਵਰ ਨੇ ਹੁਕਮ ਦੇ ਕੇ ਭੇਜਿਆ ਹੈ, ਔਰ ਉਹਦੇ ਹੁਕਮ ਵਿੱਚ ਹੀ ਇੱਕ ਦਿਨ ਤੂੰ ਉੱਠ ਕੇ ਤੁਰ ਜਾਣਾ ਹੈ। ਨਾ ਤੇਰਾ ਜ਼ੋਰ ਜਨਮ ਦੇ ਵਿੱਚ ਚੱਲਿਆ ਸੀ ਤੇ ਨਾ ਤੇਰਾ ਜ਼ੋਰ ਮਰਨ ਵਿੱਚ, ਮੌਤ ਵੇਲੇ ਚੱਲਣਾ ਹੈ। ਇਸ ਲਈ ਇਹਦੇ ਦਰਮਿਆਨ ਜਿਹੜੀ ਤੈਨੂੰ ਜ਼ਿੰਦਗੀ ਮਿਲੀ ਹੈ ਨਾ, ਉਹਦੇ ਵਿੱਚ ਕਰਮ ਚੰਗੇ ਕਰ ਲੈ, ਚੰਗਾ ਜੀਵਨ ਬਣਾ ਲੈ, ਚੰਗਾ ਆਚਰਣ ਬਣਾ ਲੈ, ਚੰਗਾ ਕਰਮ ਕਰ ਲੈ ਜਿਹੜਾ ਤੇਰੇ ਕੰਮ ਆ ਜਾਏ, ਤੇਰਾ ਇਹ ਜੀਵਨ ਲੇਖੇ ਵਿੱਚ ਲੱਗ ਜਾਏ। ਸਾਹਿਬ ਜੀ ਦਾ ਅੱਜ ਦਾ ਇਹ ਪਾਵਨ ਸ਼ਲੋਕ, ਮਹਾਰਾਜ ਕਹਿੰਦੇ ਮਾਣੂ ਘੱਲੈ। ਮਾਣੂ ਦਾ ਇੱਥੇ ਅਰਥ ਹੈ ਮਨੁੱਖ, ਮਨੁੱਖ ਨੂੰ ਘੱਲਿਆ। ਜਿਵੇਂ ਇੱਕ ਬਚਨ ਪੜ੍ਹਦੇ ਆ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਘੱਲੇ ਅਸੀਂ, ਉਹਨੇ ਘੱਲ ਦਿੱਤਾ ਤੇ ਅਸੀਂ ਆ ਗਏ, ਪਰ ਜਦੋਂ ਉਹਨੇ ਸੱਦਣਾ ਤੇ ਉੱਠ ਕੇ ਅਸੀਂ ਤੁਰ ਪੈਣਾ। ਹੁਣ ਇਹ ਦੇਖਣਾ ਵੀ ਜਦੋਂ ਉਹਨੇ ਘੱਲਿਆ ਸੀ ਦੁਨੀਆ ਵਿੱਚ, ਤੇ ਜਦੋਂ ਉਹਨੇ ਸਾਨੂੰ ਸੱਦਿਆ, ਉਹਦੇ ਦਰਮਿਆਨ ਜਿਹੜਾ ਸਮਾਂ ਸਾਨੂੰ ਜ਼ਿੰਦਗੀ ਦਾ ਮਿਲਿਆ ਸੀ, ਅਸੀਂ ਉਹਦੇ ਵਿੱਚ ਕੀ ਖੱਟ ਕੇ ਲੈ ਕੇ ਚੱਲੇ ਆ? ਤੇ ਜੋ ਅਸੀਂ ਹੁਣ ਤੱਕ ਖੱਟਿਆ ਸੀ ਉਹ ਸਭ ਕੁਝ ਧਰਿਆ ਧਰਾਇਆ ਹੀ ਇੱਥੇ ਰਹਿ ਗਿਆ, ਤੇ ਕੱਲੀ ਜਿੰਦ ਜਿਹੜੀ ਸੀ ਉੱਠ ਕੇ ਤੁਰ ਪਈ, ਤੇ ਫਿਰ ਅਸੀਂ ਕੀ ਸੰਸਾਰ ਵਿੱਚ ਲੈ ਕੇ ਗਏ? ਸਭ ਕੁਝ ਤਾਂ ਇੱਥੇ ਹੀ ਰਹਿ ਗਿਆ। ਪਰ ਇਹ ਸੱਚ ਹੈ ਕਿ ਜਿੱਦਣ ਉਹਨੇ ਸੱਦਾ ਭੇਜਣਾ ਉਸ ਦਿਨ ਉੱਠ ਕੇ ਚੱਲਣਾ ਪੈਣਾ ਹੈ। ਤੇ ਚੱਲਣਾ ਕਿਨੇ ਹੈ? ਸਰੀਰ ਨੇ ਤੇ ਚੱਲਣਾ ਨਹੀਂ। ਜਿਸ ਦਿਨ ਉਹਨੇ ਸੱਦਾ ਭੇਜਣਾ ਮਾਲਕ ਨੇ, ਉਸ ਦਿਨ ਕਿਨੇ ਉੱਠਣਾ ਹੈ? ਉਸ ਦਿਨ ਇਸ ਸਰੀਰ ਵਿੱਚੋਂ ਜਿੰਦ ਨੇ ਉੱਠਣਾ ਹੈ, ਕਿਉਂਕਿ ਸਰੀਰ ਨੇ ਤੇ ਡਿੱਗ ਜਾਣਾ ਹੈ। ਸਰੀਰ ਨੇ ਤਾਂ ਉੱਥੇ ਹੀ ਲੰਮਾ ਪੈ ਜਾਣਾ, ਉਹ ਤਾਂ ਮੁੜ ਕੇ ਨਾ ਬੋਲਣ ਜੋਗਾ, ਨਾ ਉੱਠਣ ਜੋਗਾ, ਨਾ ਕੁਝ ਦੇਖਣ ਜੋਗਾ। ਸਰੀਰ ਤਾਂ ਹਰਕਤ ਹੀ ਨਹੀਂ ਕਰੇਗਾ, ਉਹਨੂੰ ਅਸੀਂ ਕਹਾਂਗੇ ਵੀ ਇਹ ਡੈੱਡ ਹੋ ਗਿਆ, ਇਹ ਮੁਰਦਾ ਹੋ ਗਿਆ। ਤੇ ਜਦੋਂ ਅੰਦਰੋਂ ਜਿੰਦ ਨਿਕਲ ਗਈ, ਫਿਰ ਇਸ ਡੈੱਡ ਬਾਡੀ ਨੂੰ ਵੀ ਕੋਈ ਘਰ ਵਿੱਚ ਨਹੀਂ ਜੇ ਰੱਖਦਾ। ਇਹ ਬਾਡੀ ਉਹਨਾਂ ਚਿਰ ਹੀ ਘਰ ਦੇ ਵਿੱਚ ਤੁਰੀ ਫਿਰਦੀ ਹੈ ਜਿੰਨਾ ਚਿਰ ਅੰਦਰ ਜਿੰਦ ਹੈ, ਤੇ ਜਦੋਂ ਜਿੰਦ ਨਿਕਲ ਗਈ, ਡੈੱਡ ਬਾਡੀ ਨੂੰ ਕਿਸੇ ਨੇ ਘਰ ਨਹੀਂ ਰੱਖਣਾ। ਕਹਿਣ ਲੱਗੇ ਜਿੰਨਾ ਛੇਤੀ ਹੁੰਦਾ ਇਹਨੂੰ ਲੈ ਚੱਲੋ 4 ਜਾਣੇ। ਹੁਣ ਤੇ ਆ ਜਿਹੜਾ ਵਾਇਰਸ ਚੱਲਿਆ, ਇਹਨੇ ਤੇ ਸਾਨੂੰ ਸਭ ਕੁਝ ਹੀ ਦਿਖਾ ਦਿੱਤਾ। ਆ ਜਿਹੜੀ ਬਿਮਾਰੀ ਚੱਲੀ ਹੈ, ਇਹਨੇ ਤੇ ਸਾਨੂੰ ਸਾਰੇ ਜਿਹੜੇ ਆਪਣੇ ਪਰਾਏ ਸਭ ਦਿਖਾ ਕੇ ਰੱਖ ਦਿੱਤੇ, ਕਿ ਜਿਹਦੇ ਨਾਲ ਸਾਨੂੰ ਇੰਨਾ ਪਿਆਰ ਸੀ, ਮੁੜ ਕੇ ਉਹਨੂੰ ਹੱਥ ਲਾਉਣ ਤੋਂ ਵੀ ਡਰ ਲੱਗਣ ਲੱਗ ਪਿਆ ਵੀ ਕਿਤੇ ਇਹਨੂੰ ਛੂਹਣ ਨਾਲ ਮੈਨੂੰ ਨਾ ਕਿਤੇ ਕੋਈ ਰੋਗ ਲੱਗ ਜਾਏ। ਕਹਿਣ ਲੱਗੇ ਆਹ ਦੇਖ ਬੰਦਿਆ, ਆਹ ਹੈ ਤੇਰਾ ਪਿਆਰ, ਆਹ ਹੈ ਤੇਰੀ ਝੂਠੀ ਪ੍ਰੀਤ। ਅਸਲ ਵਿੱਚ ਇਹ ਵਾਇਰਸ ਵੀ ਕਹਿ ਲਓ ਕਿ ਸਾਨੂੰ ਹਲੂਣਾ ਹੀ ਦੇਣ ਵਾਸਤੇ ਹੈ, ਸਾਨੂੰ ਮਨੁੱਖਾਂ ਨੂੰ ਸਮਝਾਉਣ ਲਈ ਹੈ ਕਿ ਬੰਦਾ ਕਹਿੰਦਾ ਵੀ ਮੇਰਾ ਤੇਰੇ ਨਾਲ ਬੜਾ ਗੂੜਾ ਪਿਆਰ ਹੈ। ਕਹਿੰਦੇ ਆ ਦੇਖ ਲੈ, ਮੁੜ ਕੇ ਤੈਨੂੰ ਹੱਥ ਲਾਉਣ ਤੋਂ ਵੀ ਡਰ ਲੱਗਦਾ ਹੈ। ਐਸੇ ਕੇਸਿਸ ਸਾਡੇ ਸਾਹਮਣੇ ਆਏ ਨੇ ਨਾ, ਕਿ ਮਾਂ-ਬਾਪ ਜੇ ਇਸ ਵਾਇਰਸ ਦੇ ਹੇਠ ਆ ਕੇ ਸਰੀਰ ਛੱਡ ਗਏ ਤਾਂ ਜਨਮ ਦੇਣ, ਜਿਨ੍ਹਾਂ ਨੂੰ ਜਨਮ ਦਿੱਤਾ ਸੀ, ਉਹ ਬੱਚੇ ਵੀ ਦੂਰ ਖਲੋ ਗਏ। ਕਹਿਣ ਲੱਗੇ ਠੀਕ ਹੈ, ਸਾਡੇ ਮਾਪੇ ਜ਼ਰੂਰ ਨੇ, ਪਰ ਅਸੀਂ ਇਹਨਾਂ ਨੂੰ ਹੱਥ ਤੱਕ ਨਹੀਂ ਲਾਉਣਾ।
ਤੇ ਗੁਰੂ ਸਾਹਿਬ ਕਹਿੰਦੇ ਪਹਿਲਾਂ ਹੀ ਤੈਨੂੰ ਕਿਹਾ ਸੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਤੂੰ ਕਹਿੰਦਾ ਸੀ ਨਹੀਂ। ਤੇ ਸਾਹਿਬ ਕਹਿੰਦੇ ਹੁਣ ਦੇਖ ਆਹ ਹਾਲ ਹੈ ਤੇਰੀ ਜ਼ਿੰਦਗੀ ਦਾ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ। ਜਿੱਦਨ ਉਹਦਾ ਸੱਦਾ ਆਇਆ ਤੇਰੀ ਜਿੰਦ ਨੇ ਉੱਠ ਜਾਣਾ, ਤੇ ਤੂੰ ਇਸ ਜਿੰਦ ਦੇ ਨਾਲ ਕੀ ਲੈ ਕੇ ਚੱਲਿਆ? ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਮਾਣੂ ਘੱਲੈ, ਮਨੁੱਖ ਨੂੰ ਘੱਲਿਆ ਸੀ ਸੰਸਾਰ ਵਿੱਚ। ਉੱਠੀ ਚੱਲੈ, ਜਦੋਂ ਉਹਦਾ ਹੁਕਮ ਆਇਆ ਸੱਦਾ ਆਇਆ ਤੇ ਉੱਠ ਕੇ ਇਸ ਜਿੰਦ ਨੇ ਚੱਲਣਾ ਹੈ। ਇਸੇ ਲਈ ਤੈਨੂੰ ਸਮਝਾਇਆ ਸੀ, ਦੇਖੀ ਕਿਤੇ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕਿਹੜੇ ਕੰਮ। ਤੈਨੂੰ ਕਿਹੜੇ ਕੰਮ ਭੇਜਿਆ ਸੀ ਇਸ ਮਨੁੱਖਾ ਜਾਮੇ? ਤੈਨੂੰ ਇੱਥੇ ਘੱਲਿਆ ਸੀ, ਕਾਹਦੇ ਲਈ ਘੱਲਿਆ ਸੀ? ਵਿਕਾਰ ਪੈਦਾ ਕਰਨ ਲਈ, ਬੁਰਾਈਆਂ ਸਮਾਜ ਵਿੱਚ ਫੈਲਾਉਣ ਲਈ। ਇਸ ਸੰਸਾਰ ਵਿੱਚ ਸ਼ੈਤਾਨੀਅਤ ਹੈਵਾਨੀਅਤ ਵਾਲੀਆਂ ਹਰਕਤਾਂ, ਪਸ਼ੂਆਂ ਵਾਲੀਆਂ ਹਰਕਤਾਂ ਕਰਨ ਲਈ ਤੈਨੂੰ ਮਨੁੱਖਾ ਜਾਮੇ 'ਚ ਭੇਜਿਆ ਸੀ। ਨਫ਼ਰਤ ਫੈਲਾਉਣ ਲਈ, ਈਰਖਾ ਫੈਲਾਉਣ ਲਈ, ਨਫ਼ਰਤ ਦੀ ਅੱਗ ਜਿਹੜੀ ਹੈ ਇਹ ਬਾਲਣ ਵਾਸਤੇ ਤੈਨੂੰ ਇਸ ਮਨੁੱਖਾ ਜਨਮ ਵਿੱਚ ਭੇਜਿਆ ਸੀ। ਤੈਨੂੰ ਇਹ ਵਿਕਾਰਾਂ ਦੀ ਜ਼ਹਿਰ ਜਿਹੜੀ ਹੈ ਇਹ ਜ਼ਹਿਰ ਫੈਲਾਉਣ ਵਾਸਤੇ ਦੁਨੀਆ ਵਿੱਚ ਸਮਾਜ ਵਿੱਚ ਭੇਜਿਆ ਸੀ। ਤੈਨੂੰ ਇਸ ਲਈ ਮਨੁੱਖਾ ਜਨਮ ਦਿੱਤਾ ਸੀ ਕਿ ਤੂੰ ਇਹਨੂੰ ਸ਼ਰਮਸਾਰ ਕਰ। ਸੰਸਾਰ ਵਿੱਚ ਜਾ ਕੇ ਬੰਦਿਆ ਤੂੰ ਕਿਹੜੀਆਂ ਕਰਤੂਤਾਂ ਕਰਦਾ ਪਿਆ, ਕਿਹੜੇ ਕਰਮ ਕਰਦਾ ਪਿਆ? ਲੇਖਾ ਰੱਬ ਮੰਗੇਸੀਆਂ ਤੂੰ ਆਹੋਂ ਕਿਹੜੇ ਕੰਮ। ਉਹਨੇ ਲੇਖਾ ਵੀ ਮੰਗਣਾ ਜਿਹਨੇ ਘੱਲਿਆ ਹੈ, ਜਿਹਨੇ ਵਾਪਸ ਸੱਦਣਾ ਹੈ ਨਾ, ਸੱਦਾ ਭੇਜਣਾ ਹੈ। ਕਹਿੰਦੇ ਉਹਨੇ ਇੱਕ ਦਿਨ ਤੇਰਾ ਲੇਖਾ ਵੀ ਮੰਗਣਾ ਹੈ, ਤੇਰੇ ਕਰਮ ਦਾ ਹਿਸਾਬ ਵੀ ਤੇਰੇ ਜ਼ਿੰਦਗੀ ਵਿੱਚੋਂ ਹੋਣਾ ਹੈ। ਫਿਰ ਤੂੰ ਕਿਹੜੇ ਭਰਮ ਵਿੱਚ ਜੀ ਰਿਹਾ ਹੈ? ਸੱਚ ਹੈ ਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਣ ਆਮ ਤੌਰ ਤੇ ਇਹ ਬਚਨ ਉਦੋਂ ਪੜ੍ਹਦੇ ਆ ਜਦੋਂ ਕਿਸੇ ਦੀ ਅਰਥੀ ਨੂੰ ਆਪਾਂ ਲੈ ਕੇ ਚੱਲਦੇ ਆ ਉਹਦੇ ਅਗਨ ਭੇਟ ਕਰਨ ਲਈ, ਪਰ ਜਿਹਨੂੰ ਲੈ ਕੇ ਚੱਲੇ ਆ ਉਹ ਤੇ ਨਹੀਂ ਸੁਣ ਰਿਹਾ। ਜਿਹਨੂੰ ਲੈ ਕੇ ਜਾ ਰਹੇ ਆ ਆਪਾਂ, ਜਾਂ ਜਿਹਦੇ ਅਗਨ ਭੇਟ, ਜਿਹਦਾ ਸਰੀਰ ਦਾ ਸੰਸਕਾਰ ਕੀਤਾ, ਉਹ ਤੇ ਨਹੀਂ ਇਹ ਪੰਕਤੀ ਸੁਣ ਰਿਹਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਹ ਕੌਣ ਸੁਣ ਰਿਹਾ? ਜਿਹੜੇ ਉਹਦੇ ਨਾਲ ਇਕੱਠੇ ਹੋਏ ਰਿਸ਼ਤੇਦਾਰ, ਲੋਕ, ਆਸ-ਪਾਸ ਦੇ ਲੋਕ ਇਕੱਠੇ ਹੋਏ ਨੇ। ਉਹਨੂੰ ਸੁਣਾਇਆ ਜਾ ਰਿਹਾ ਹੈ ਕਿ ਬੰਦਿਆ ਇੱਕ ਦਿਨ ਤੂੰ ਵੀ ਆਪਣੇ ਇਸ ਸਰੀਰ ਦਾ ਕੱਪੜਾ ਉਤਾਰਨਾ ਹੈ, ਤੇ ਜੋ ਮੰਦਾ ਚੰਗਾ ਕਰੇਗਾ ਉਹ ਤੈਨੂੰ ਆਪੇ ਹੀ ਪਾਉਣਾ ਪੈਣਾ, ਕਿਸੇ ਹੋਰ ਨੇ ਨਹੀਂ ਪਾਉਣਾ। ਜਦੋਂ ਕੋਈ ਸਰੀਰਕ ਚੋਲਾ ਤਿਆਗ ਜਾਂਦਾ ਹੈ ਤੇ ਅਸੀਂ ਉੱਥੇ ਕਹਿੰਦੇ ਆ ਵੀ ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਉਹ ਵਣਜਾਰਾ ਤੇ ਚਲਾ ਗਿਆ, ਪਰ ਉਹ ਕਿਹਨੂੰ ਸੁਣਾਇਆ ਜਾ ਰਿਹਾ ਹੈ? ਸਾਨੂੰ ਤੁਹਾਨੂੰ, ਜਿੰਨੇ ਆਪਾਂ ਇਕੱਤਰ ਹੋਏ ਹੁੰਨੇ ਆ, ਕਿ ਇੱਕ ਤਾਂ ਵਣਜਾਰਾ ਤੁਰ ਗਿਆ ਤੇ ਦੇਖ ਲੈਣਾ ਵੀ ਉਹ ਕੀ ਵਣਜ ਕਰਕੇ ਗਿਆ। ਤੇ ਤੁਸੀਂ ਸੁਚੇਤ ਰਹੋ, ਕਿਉਂਕਿ ਅਗਲੀ ਵਾਰੀ ਪਤਾ ਨਹੀਂ ਕਿਹੜੇ ਵਣਜਾਰੇ ਦੀ ਆ ਜਾਣੀ ਹੈ। ਅਗਲਾ ਸਮਾਂ ਪਤਾ ਨਹੀਂ ਕਿਦਾਂ ਉੱਠ ਕੇ ਚੱਲਣ ਦਾ ਆ ਜਾਣਾ। ਕਮ ਸੇ ਕਮ ਆਪਾਂ ਤੇ ਸੌਦਾ ਇਕੱਠਾ ਕਰ ਲਈਏ। ਦੁਨੀਆ ਨੂੰ ਜਾਂਦਿਆਂ ਵੇਖ ਕੇ ਆਪਾਂ ਤੇ ਆਪਣੇ ਜੀਵਨ ਵਿੱਚ ਝਾਤ ਮਾਰ ਲਈਏ ਕਿ ਬੰਦਿਆ ਉਹ ਕੀ ਲੈ ਕੇ ਗਿਆ ਤੇ ਤੂੰ ਕੀ ਲੈ ਕੇ ਚੱਲਿਆ। ਇਸ ਲਈ ਸਾਹਿਬ ਜੀ ਨੇ ਅਨੰਤ ਉਦਾਹਰਨਾਂ ਦੇ ਕੇ, ਐਗਜ਼ੈਂਪਲ ਦੇ ਕੇ, ਦ੍ਰਿਸ਼ਟਾਂਤ ਦੇ ਕੇ ਗੁਰਬਾਣੀ ਦੇ ਰਾਹੀਂ ਸਮਝਾਇਆ ਕਿ ਬੰਦੇ ਨੂੰ ਸਮਝ ਆ ਜਾਏ ਕਿ ਇੱਕ ਦਿਨ ਮੈਂ ਬਿਨਸਣਾ ਹੈ, ਇੱਕ ਦਿਨ ਦੁਨੀਆ ਤੋਂ ਉੱਠ ਕੇ ਇਸ ਜਿੰਦ ਨੇ ਚੱਲਣਾ ਹੈ। ਇਹ ਜੇ ਜਨਮ ਹੈ ਤਾਂ ਇੱਕ ਦਿਨ ਮੌਤ ਦਾ ਸਾਹਮਣਾ ਵੀ ਕਰਨਾ ਪਏਗਾ। ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ। ਔਰ ਇਹ ਵਾਰੀ ਸਭਨਾਂ ਲਈ ਹੈ, ਕਿਸੇ ਕਿਸੇ ਲਈ ਨਹੀਂ ਹੈ। ਅਸੀਂ ਆਏ ਹਾਂ ਪਰ ਚੱਲ ਰਹੇ ਹਾਂ। ਤਾਈ ਤੇ ਹੋਕਾ ਦਿੱਤਾ ਸੀ, ਵਣਜ ਕਰੋ ਵਣਜਾਰੇ ਹੋ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ। ਨਾਲ ਬੰਦਿਆ ਜਿਹੜੀ ਤੇਰੇ ਨਾਲ ਨਿਭ ਜਾਏ ਉਹ ਸੌਦਾ ਇਕੱਠਾ ਕਰ।
ਸਾਰੀ ਉਮਰ ਕਈ ਐਸੇ ਵੀ ਤੁਸੀਂ ਪ੍ਰਾਣੀ ਵੇਖੇ ਨੇ, ਆ ਦੇਖ ਲਓ, ਨਹੀਂ ਤੇ ਸੜਕਾਂ ਤੇ ਵੇਖ ਲਓ ਜਾਂ ਬਿਰਧ ਆਸ਼ਰਮ ਕਦੀ ਗੇੜਾ ਲਾ ਆਇਆ ਕਰੋ। ਬਿਰਧ ਆਸ਼ਰਮ ਤੁਹਾਨੂੰ ਉਹ ਬਜ਼ੁਰਗ ਮਿਲਣਗੇ ਜਿਨ੍ਹਾਂ ਨੇ ਖੂਨ ਪਸੀਨਾ ਇੱਕ ਕਰ ਕਰਕੇ ਨਾ ਰਾਤ ਦੀ ਨੀਂਦ ਵੇਖੀ, ਨਾ ਭੁੱਖ ਵੇਖੀ, ਨਾ ਆਰਾਮ ਵੇਖਿਆ, ਬਸ ਧਨ ਇਕੱਠਾ ਕਰਨਾ ਹੈ, ਜ਼ਮੀਨ ਜਾਇਦਾਦ ਬਣਾ ਕੇ ਬੱਚਿਆਂ ਨੂੰ ਦੇਣੀ ਹੈ। ਨਾ ਉਹਨਾਂ ਨੇ ਆਪਣੀ ਭੁੱਖ ਵੇਖੀ, ਨਾ ਨੀਂਦ ਵੇਖੀ, ਨਾ ਆਰਾਮ ਵੇਖਿਆ, ਬਸ ਸਾਰੀ ਉਮਰ ਕਮਾਉਂਦੇ ਰਹੇ ਤੇ ਜਿਸ ਦਿਨ ਬੱਚਿਆਂ ਦੇ ਹੱਥ ਆਇਆ ਤੇ ਉਹਨਾਂ ਨੇ ਚੁੱਕ ਕੇ ਬਿਰਧ ਆਸ਼ਰਮ ਛੱਡ ਦਿੱਤਾ। ਲੱਖਾਂ ਕਰੋੜਾਂ ਦੇ ਮਾਲਕ ਨੇ ਜਿਹੜੇ ਅੱਜ ਬਿਰਧ ਆਸ਼ਰਮ ਬਜ਼ੁਰਗ ਬੈਠੇ ਹੋਏ ਨੇ। ਕਮੀ ਕਿਸੇ ਚੀਜ਼ ਦੀ ਨਹੀਂ ਹੈ, ਪਰ ਕੀ ਹੱਥ ਆਇਆ? ਇੱਥੇ ਦੇ ਜਿਉਂਦਿਆਂ ਜੀ ਕੌਡੀ ਹੱਥ ਨਹੀਂ ਆ ਰਹੀ ਤੇ ਮਰਨ ਤੋਂ ਬਾਅਦ ਕੀ ਹੱਥ ਆਉਣਾ? ਸੜਕਾਂ ਤੇ ਰੁਲ ਰਹੇ ਨੇ ਕਈ ਸਰੀਰ, ਅਗਰ ਦੇਖੋਗੇ ਉਹਨਾਂ ਨੂੰ ਰੋਟੀ ਕੱਪੜੇ ਦੀ ਮਕਾਨ ਦੀ ਘਾਟ ਨਹੀਂ ਹੈ, ਬੜਾ ਕੁਝ ਹੈ, ਪਰ ਜਿਉਂਦਿਆਂ ਜੀ ਕੌਡੀ ਵੀ ਉਹਨਾਂ ਦੇ ਕੰਮ ਨਹੀਂ ਆ ਰਹੀ। ਮਰਨ ਤੋਂ ਬਾਅਦ ਤਾਂ ਸਰੀਰ ਛੱਡਣ ਤੋਂ ਬਾਅਦ ਤਾਂ ਕੀ ਕੰਮ ਆਉਣਾ? ਅਸੀਂ ਉਹੀ ਸਰੀਰ ਵੇਖ ਲਈਏ ਜਿਨ੍ਹਾਂ ਦੇ ਜਿਉਂਦਿਆਂ ਵੀ ਕੁਝ ਕੰਮ ਨਹੀਂ ਆ ਰਿਹਾ। ਇਹ ਸਾਨੂੰ ਪ੍ਰੈਕਟੀਕਲ ਰੂਪ ਵਿੱਚ ਮਾਲਕ ਜੀ ਦਿਖਾ ਰਹੇ ਨੇ ਕਿ ਉਹਨਾਂ ਦੇ ਜੀਵਨ ਜਾ ਕੇ ਵੇਖੋ ਜਿਨ੍ਹਾਂ ਕੋਲ ਸਭ ਕੁਝ ਹੈ, ਪਰ ਉਹਨਾਂ ਦੇ ਕੌਡੀ ਵੀ ਕੰਮ ਨਹੀਂ ਆ ਰਹੀ, ਮੰਗਣ ਤੇ ਮਜਬੂਰ ਨੇ, ਰੋਣ ਤੇ ਮਜਬੂਰ ਨੇ, ਮੁਹਤਾਜ ਨੇ। ਉਹ ਰੋਂਦੇ ਨੇ ਉੱਠਦੇ ਬਹਿੰਦਿਆਂ, ਕਮ ਸੇ ਕਮ ਉਹਨਾਂ ਵੱਲ ਵੇਖ ਕੇ ਹੀ ਆਪਾਂ ਨੂੰ ਹਲੂਣਾ ਮਿਲ ਜਾਏ ਕਿ ਬੰਦਿਆ ਜੇ ਇਹਨਾਂ ਨੇ ਜਿਉਂਦਿਆਂ ਨਹੀਂ ਕੁਝ ਖੱਟਿਆ ਤੇ ਤੂੰ ਮਰਨ ਤੋਂ ਬਾਅਦ ਕੀ ਖੱਟ ਕੇ ਲੈ ਜਾਏਗਾ। ਇਸ ਲਈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਵਿਹਾਤ ਹੈ ਫੂਟੇ, ਘਟ ਜਿਉ ਪਾਨੀ। ਇੱਕ ਘੜਾ ਸਰੀਰ ਦਾ ਫੁੱਟਿਆ ਸੀ, ਕਹਿਣ ਲੱਗੇ ਇਹ ਫੁੱਟੇ ਹੋਏ ਘੜੇ ਵਾਲੀ ਵੇਖ ਲੈਂਦਾ, ਤੈਨੂੰ ਕੋਈ ਹੋਰ ਘੜਾ ਫੋੜਨ ਦੀ ਤੋੜਨ ਦੀ ਲੋੜ ਹੀ ਨਹੀਂ ਸੀ ਪੈਣੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਉਹਨਾਂ ਲੋਕਾਂ ਵਾਸਤੇ, ਫਿਰ ਬੇਨਤੀ ਕਰਾਂ, ਕਈਆਂ ਦੇ ਜੀਵਨ ਇਸੇ ਪਾਸੇ ਲੱਗੇ ਹੋਏ ਨੇ, ਉਹ ਦਿਨ ਰਾਤ ਕਮਾਈ ਕਰਨ 'ਚ ਲੱਗੇ ਨੇ ਕਿ ਅਸੀਂ ਜ਼ਿੰਦਗੀ ਦਾ ਲਾਹਾ ਜਿਹੜਾ ਲੈਣਾ ਉਹ ਲੈ ਚਲੀਏ, ਪਤਾ ਨਹੀਂ ਕਦੋਂ ਆਖਰੀ ਸਾਹ ਨਿਕਲ ਜਾਣਾ। ਦਿਨ ਰਾਤੀ ਆਰਾਧ ਪਿਆਰੋ ਨਿਮਖ ਨ ਕੀਜੇ ਢਿੱਲਾ। ਉਹ ਨਿਮਖ ਵੀ ਢਿੱਲ ਨਹੀਂ ਕਰਦੇ, ਉਹ ਤਾਂ ਅਰਦਾਸਾਂ ਕਰਦੇ ਨੇ, ਮਾਲਕ ਜੀਓ ਸਾਡੇ ਤੇ ਮਿਹਰ ਕਰਿਓ, ਇੱਕ ਦਮ ਵੀ ਸਾਡਾ ਬਿਰਥਾ ਨਾ ਜਾਵੇ। ਅਸੀਂ ਦਿਨ ਰਾਤ ਨਾਮ ਦੀ ਖੱਟੀ ਖੱਟਣਾ ਚਾਹੁੰਦੇ ਆ। ਉਹ ਦਿਨ ਰਾਤ ਲੱਗੇ ਹੋਏ ਨੇ ਅੰਦਰੋਂ ਨਾਮ ਦੀ ਕਮਾਈ ਕਰਨ ਵਾਸਤੇ। ਉਹਨਾਂ ਦਾ ਧਿਆਨ ਹਰ ਵੇਲੇ ਪਰਮੇਸ਼ਵਰ ਦੇ ਨਾਮ ਵੱਲ ਹੈ ਤੇ ਚੰਗੇ ਨੇਕ ਕਰਮ ਸੰਸਾਰ ਵਿੱਚ ਕਰ ਰਹੇ ਨੇ, ਪਰ ਵਿਰਲੇ ਨੇ ਉਹ ਸੰਸਾਰ 'ਚ। ਬਹੁਤਾਤ ਵਿੱਚ ਤਾਂ ਪਾਪ ਹੀ ਨਜ਼ਰ ਆਉਂਦਾ, ਬੁਰਾਈਆਂ ਹੀ ਨਜ਼ਰ ਆਉਂਦੀਆਂ, ਵਿਕਾਰ ਹੀ ਨਜ਼ਰ ਆਉਂਦੇ ਨੇ। ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਏ ਸੀ, ਆ ਕੇ ਦੁਨੀਆ ਤੋਂ ਚਲੇ ਗਏ, ਜਿਨ੍ਹਾਂ ਨੇ ਅਸਲ ਜ਼ਿੰਦਗੀ ਦੀ ਖੱਟੀ ਨਹੀਂ ਨਾ ਖੱਟੀ, ਉਹਨਾਂ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਕਰਦੇ ਨੇ। ਕਹਿੰਦੇ ਮਾਣੂ ਘੱਲੈ ਉੱਠੀ ਚੱਲੈ। ਜਿਹਨੇ ਘੱਲਿਆ ਸੀ ਉਹਨੇ ਇੱਕ ਦਿਨ ਸੱਦਾ ਭੇਜਿਆ ਤੇ ਉੱਠ ਕੇ ਚੱਲਿਆ। ਤੇ ਜੇ ਤੂੰ ਨਾਮ ਦੀ ਕਮਾਈ ਨਾ ਕੀਤੀ, ਨੇਕ ਜੀਵਨ ਨਾ ਬਣਾਇਆ, ਨੇਕ ਕਰਮ ਨਾ ਕੀਤਾ, ਜਾਂ ਜਨਮਾਂ ਜਨਮਾਂ ਦੀ ਲੱਗੀ ਹੋਈ ਮਲ ਨੂੰ ਨਾ ਧੋਤਾ, ਜੇ ਆਪਣੇ ਜੀਵਨ ਵਿੱਚ ਅਵਗਣ ਨਾ ਛੱਡੇ ਤੇ ਸ਼ੁਭ ਗੁਣਾਂ ਨੂੰ ਨਾ ਤੂੰ ਗ੍ਰਹਿਣ ਕੀਤਾ, ਤੇ ਫਿਰ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਸਾਧ ਨਾਹੀ ਇਹ ਵੇਹੀ ਗੱਲੈ। ਆਹ ਗੱਲਾਂ ਦਾ ਫਿਰ ਸਵਾਦ ਨਹੀਂ ਆਇਆ। ਇਹ ਵੇਹੀ ਇਹੋ ਜਿਹੀ ਜਿਹੜੇ ਜਿਨ੍ਹਾਂ ਦੇ ਜੀਵਨ ਨੇ ਨਾ, ਕਹਿੰਦੇ ਇਹਨਾਂ ਗੱਲਾਂ ਨਾਲ ਸਵਾਦ ਨਹੀਂ ਆਇਆ। ਸਾਧ ਨਹੀਂ, ਕਹਿੰਦੇ ਜ਼ਿੰਦਗੀ ਦਾ ਸਵਾਦ ਨਹੀਂ ਆਇਆ। ਬਸ ਖਾ ਲਿਆ, ਪੀ ਲਿਆ, ਹੱਸ ਲਿਆ, ਖੇਡ ਲਿਆ, ਇੱਕ ਦਿਨ ਦੁਨੀਆ ਤੋਂ ਚਲਾ ਗਿਆ। ਇਹ ਜ਼ਿੰਦਗੀ ਦਾ ਸਵਾਦ ਥੋੜੀ ਹੈ। ਜ਼ਿੰਦਗੀ ਦਾ ਸਵਾਦ ਤੇ ਪਰਮੇਸ਼ਵਰ ਦੇ ਨਾਮ ਵਿੱਚੋਂ ਆਉਣਾ ਸੀ। ਜ਼ਿੰਦਗੀ ਦਾ ਸਵਾਦ, ਮਜ਼ਾ ਜਿਹੜਾ ਜ਼ਿੰਦਗੀ ਦਾ ਜਿਉਣ ਦਾ ਸੀ, ਉਹ ਤਾਂ ਆਉਣਾ ਸੀ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਕੇ। ਅਸੀਂ ਜਿੰਨਾ ਬਾਹਰੋਂ ਸਾਡਾ ਦਿਨ ਪਲ ਘੜੀਆਂ ਵੱਧ ਰਹੀਆਂ ਨੇ, ਜਿੰਨਾ ਅਸੀਂ ਮਾਇਆਧਾਰੀ ਹੋ ਕੇ ਪਦਾਰਥਾਂ ਵਿੱਚ ਸਵਾਰਥੀ ਬਣ ਕੇ ਜੀ ਰਹੇ ਹਾਂ, ਸਾਡਾ ਹਰ ਦਿਨ ਤਾਂ ਡਰ ਵਿੱਚ ਲੰਘਦਾ ਹੈ। ਹਰ ਰਾਤ ਸਾਡੀ ਚਿੰਤਾ ਵਿੱਚ ਲੰਘਦੀ ਹੈ। ਸਵੇਰੇ ਉੱਠਦਿਆਂ ਹੀ ਚਿੰਤਾ, ਰਾਤ ਸੌਂਦਿਆਂ ਵੀ ਚਿੰਤਾ, ਦਿਨੇ ਵੀ ਡਰ, ਰਾਤ ਵੀ ਡਰ। ਹਰ ਵੇਲੇ ਅਸੀਂ ਬਿਮਾਰੀਆਂ ਵਿੱਚ, ਰੋਗ ਵਿੱਚ, ਚਿੰਤਾਵਾਂ ਵਿੱਚ ਜੀ ਰਹੇ ਹਾਂ, ਡਿਪਰੈਸ਼ਨ ਵਿੱਚ ਜੀ ਰਹੇ ਹਾਂ।
ਇਹ ਕੋਈ ਜ਼ਿੰਦਗੀ ਦਾ ਸਵਾਦ ਹੈ? ਇਹ ਕੋਈ ਜ਼ਿੰਦਗੀ ਦਾ ਸਵਾਦ ਨਹੀਂ। ਮਹਾਰਾਜ ਜੀ ਕਹਿੰਦੇ ਤੇਰੀ ਜ਼ਿੰਦਗੀ ਦਾ ਸਵਾਦ ਬਣੇਗਾ, ਤੂੰ ਉੱਠਦਿਆਂ ਵੀ ਸੁੱਖ ਭੋਗੇਗਾ, ਬੈਠਦਿਆਂ ਵੀ ਸੁੱਖ ਭੋਗੇਗਾ, ਤੂੰ ਸੌਂਦਿਆਂ ਵੀ ਸੁੱਖ ਭੋਗੇਗਾ, ਤੂੰ ਘਰ ਦੇ ਅੰਦਰ ਘਰ ਦੇ ਬਾਹਰ ਵੀ ਸੁੱਖ ਭੋਗੇਗਾ। ਪਰ ਜੇ ਤੂੰ ਗੁਰੂ ਦੇ ਰਾਹੀਂ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਲੱਗ ਜਾਏ। ਹੁਣ ਜਿੰਨੇ ਅਸੀਂ ਮਾਇਆਵਾਦੀ ਪਦਾਰਥਵਾਦੀ ਹੋ ਗਏ ਆ, ਕਦੀ ਵੇਖੋ ਰੋਟੀ ਵੀ ਸਾਨੂੰ ਚੱਜ ਨਾਲ ਨਸੀਬ ਨਹੀਂ ਹੁੰਦੀ। ਕਈ ਐਸੇ ਵੀ ਸਰੀਰ ਵੇਖੇ ਨੇ ਜਿਨ੍ਹਾਂ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਕਿਸੇ ਵੀ ਕੋਈ ਵੀ 36 ਪ੍ਰਕਾਰ ਦੇ ਪਦਾਰਥ ਹੁੰਦੇ ਨੇ ਤੇ ਉਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਪਦਾਰਥ ਭਰੇ ਪਏ ਨੇ ਉਹਨਾਂ ਦੇ ਘਰ ਵਿੱਚ, ਪਰ ਕੁਦਰਤੀ ਐਸਾ ਸਿਸਟਮ ਬਣਿਆ ਇੱਕ ਰੋਟੀ ਦਾ ਟੁਕੜਾ ਵੀ ਨਸੀਬ ਨਹੀਂ ਹੁੰਦਾ। ਦਵਾਈਆਂ ਉੱਤੇ ਜੀ ਰਹੇ ਨੇ, ਉਹ ਹਫ਼ਤੇ ਬਾਅਦ ਬਲੱਡ ਚੇਂਜ ਕਰਨਾ ਪੈਂਦਾ ਹੈ। ਇੱਕ ਰੋਟੀ ਦਾ ਟੁਕੜਾ ਵੀ ਅੰਦਰ ਜੇ ਚਲਾ ਜਾਏ ਤੇ ਉਹ ਵੀ ਜ਼ਹਿਰ ਬਣ ਜਾਂਦਾ ਹੈ। ਹਫ਼ਤੇ ਬਾਅਦ ਖੂਨ ਵੀ ਪਾਣੀ ਬਣ ਜਾਂਦਾ ਹੈ। ਉਹ ਫਿਰ ਬੰਦਾ ਕਹਿੰਦਾ ਕੀ ਕਰਨਾ, ਮੈਂ ਅਰਬਾਂ ਦੀ ਦੌਲਤ ਹੈ, ਇਹ ਕਰੋੜਾਂ ਦੀ ਦੌਲਤ ਹੈ, ਘਰ ਦੇ ਘਰ ਭਰੇ ਪਏ ਨੇ ਪਦਾਰਥਾਂ ਨਾਲ, ਪਰ ਮੈਂ ਤੇ ਇੱਕ ਪਦਾਰਥ ਦਾ ਵੀ ਰਸ ਸਵਾਦ ਨਹੀਂ ਲੈ ਸਕਦਾ। ਇਹ ਜ਼ਿੰਦਗੀ ਦਾ ਰਸ, ਇਹ ਜ਼ਿੰਦਗੀ ਦਾ ਸਵਾਦ ਨਹੀਂ। ਮਹਾਰਾਜ ਕਹਿੰਦੇ ਆਏਗਾ ਤੈਨੂੰ ਜ਼ਿੰਦਗੀ ਦਾ ਸਵਾਦ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ, सोए अचिंता जाग अचिंता, जहां कहां प्रभ तू वरतंता, घर सुख वसिया बाहर सुख पाया, कहो नानक गुर मंत्र दृढ़ाया। ਜਿਹੜਾ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਨਾ, ਉਸ ਉਪਦੇਸ਼ ਨੂੰ ਅੰਦਰ ਦ੍ਰਿੜ ਕਰ ਲੈ ਤੇ ਫਿਰ ਤੈਨੂੰ ਜ਼ਿੰਦਗੀ ਜਿਉਣ ਦਾ ਸਵਾਦ ਆਏਗਾ, ਤੈਨੂੰ ਜ਼ਿੰਦਗੀ ਦਾ ਮਜ਼ਾ ਸਵਾਦ ਆਏਗਾ। ਪਰ ਅਸੀਂ ਜਿਹੜੇ ਆ ਸਵਾਦ ਲੈ ਰਹੇ ਹਾਂ, ਇਹ ਤਾਂ ਸਾਡੀ ਜ਼ਿੰਦਗੀ 'ਚ ਜ਼ਹਿਰ ਘੋਲ ਰਹੇ ਨੇ। ਨਿਤ ਜਿਹੜਾ ਅਸੀਂ ਧਾਹਾਂ ਮਾਰ ਰਹੇ, ਹਾਏ ਹਾਏ ਕਰ ਰਹੇ ਹਾਂ, ਦੁਖੀ ਹਾਂ, ਪਰੇਸ਼ਾਨ ਹਾਂ। ਹਰ ਦਿਨ ਸਾਡਾ ਪਰੇਸ਼ਾਨੀ ਵਿੱਚ ਲੰਘਦਾ ਹੈ, ਚਿੰਤਾ ਵਿੱਚ ਲੰਘਦਾ ਹੈ। ਹਰ ਵੇਲੇ ਡਰ ਸਹਿਮ ਅੰਦਰ ਬਣਿਆ, ਇਹ ਨਾ ਹੋ ਜਾਏ, ਆਹ ਨਾ ਹੋ ਜਾਏ, ਇਦਾਂ ਨਾ ਹੋ ਜਾਏ, ਇਦਾਂ ਨਾ ਹੋ ਜਾਏ। ਫਿਰ ਅਸੀਂ ਉਹ ਕਰਮ ਹੀ ਕਿਉਂ ਕਰਦੇ ਹਾਂ ਜਿਹਦੇ ਨਾਲ ਸੋਚਾਂ 'ਚ ਪੈ ਜਾਈਏ ਵੀ ਇਦਾਂ ਨਾ ਹੋ ਜਾਏ। ਕਰਮ ਹੀ ਆਪਾਂ ਚੰਗੇ ਕਰੀਏ, ਸੋਚ ਹੀ ਆਪਣੀ ਆਪਾਂ ਚੰਗੀ ਰੱਖੀਏ। ਪਰ ਉਹ ਨੇਕ ਕਰਮ ਔਰ ਚੰਗਾ ਜੀਵਨ ਕਦੋਂ ਬਣੇਗਾ? ਜਦੋਂ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਾਂਗੇ। ਤੇ ਗੁਰੂ ਸਾਹਿਬ ਜੀ ਸਾਨੂੰ ਹੋਕਾ ਦੇ ਦੇ ਕੇ ਕਹਿ ਰਹੇ ਨੇ, ਹਰ ਜਸ ਰੇ ਮਨ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਗੁਰੂ ਸਾਹਿਬ ਕਹਿੰਦੇ ਮੇਰਾ ਕਹਿਆ ਮੰਨ, ਇਹਦੇ ਵਿੱਚ ਮੈਨੂੰ ਨਹੀਂ ਕੁਝ ਮਿਲਣਾ। ਕਈ ਵਾਰ ਬੰਦਾ ਸਮਝਾਉਂਦਾ ਨਾ, ਬੜਾ ਸਮਝਾਉਂਦਾ ਹੈ, ਤੇ ਅਸੀਂ ਕਹਿੰਦੇ ਪਤਾ ਨਹੀਂ ਇਹਨੇ ਵਿੱਚੋਂ ਕੀ ਲੈਣਾ। ਸਾਡੀ ਸੋਚ ਹੀ ਇਦਾਂ ਦੀ ਹੋ ਚੁੱਕੀ ਹੈ। ਤੁਸੀਂ ਕਿਸੇ ਦੇ ਭਲੇ ਲਈ ਉਹਨੂੰ ਬਾਰ-ਬਾਰ ਸਮਝਾਓਗੇ ਨਾ, ਤੇ ਉਹ ਬੰਦੇ ਦੀ ਉਲਟੀ ਸੋਚ ਪਤਾ ਕੀ ਸੋਚਦੀ ਹੈ ਵੀ ਪਤਾ ਨਹੀਂ ਇਹਨੇ ਮੇਰੇ ਵਿੱਚੋਂ ਕੀ ਲੈਣਾ। ਇਹਨੂੰ ਵੀ ਕੋਈ ਲਾਲਚ ਹੋਏਗਾ, ਇਹਨੂੰ ਵੀ ਕੋਈ ਲੋਭ ਹੋਏਗਾ, ਤਾਂ ਹੀ ਤਾਂ ਇਹ ਮੈਨੂੰ ਬਾਰ-ਬਾਰ ਇਸ ਗੱਲ ਲਈ ਪ੍ਰੇਰ ਰਿਹਾ। ਸਾਡੀ ਸੋਚ ਹੀ ਉਲਟੀ ਹੈ। ਸਤਿਗੁਰੂ ਜੀ ਕਹਿੰਦੇ, ਹੇ ਮਨੁੱਖ, ਹੇ ਪ੍ਰਾਣੀ, ਤੂੰ ਕਿਸੇ ਧਰਮ, ਕਿਸੇ ਵਰਗ, ਕਿਸੇ ਜਾਤ ਦਾ ਮੈਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਮੈਨੂੰ ਤਾਂ ਇਹ ਵੇਖ ਰਿਹਾ ਵੀ ਤੂੰ ਮਨੁੱਖ ਹੈ, ਤੈਨੂੰ ਮਨੁੱਖ ਰੱਬ ਨੇ ਬਣਾ ਕੇ ਭੇਜਿਆ ਹੈ, ਤੇ ਇਸ ਲਈ ਤੂੰ ਜ਼ਿੰਦਗੀ ਦਾ ਲਾਹਾ ਲੈ ਲੈ। ਅਵਸਰ ਬੀਤੇ ਉਹ ਜਾਤ ਹੈ, ਤੇਰੀ ਜ਼ਿੰਦਗੀ ਦਾ ਸਮਾਂ ਪਲ ਪਲ ਕਰਕੇ ਬਤੀਤ ਹੁੰਦਾ ਜਾ ਰਿਹਾ ਹੈ। ਕਹਿਓ ਮੰਨ ਲੈ ਮੇਰੋ, ਮੇਰਾ ਕਹਿਆ ਮੰਨ ਲੈ। ਇਹ ਜ਼ਿੰਦਗੀ ਦਾ ਇਹਦੇ ਵਿੱਚ ਸਵਾਦ ਨਹੀਂ ਆਉਣਾ। ਜੇ ਤੂੰ ਜ਼ਿੰਦਗੀ ਦਾ ਸਵਾਦ ਲੈਣਾ ਤਾਂ ਨਾਮ ਦੀ ਕਮਾਈ ਕਰਿਆ ਕਰ, ਤੂੰ ਉਸ ਮਾਲਕ ਦੇ ਗੁਣ ਗਾਇਆ ਕਰ, ਉਹਦਾ ਰਸ ਪ੍ਰਾਪਤ ਕਰਿਆ ਕਰ, ਤਾਂ ਤੈਨੂੰ ਜ਼ਿੰਦਗੀ ਜਿਉਣ ਦਾ ਸਵਾਦ ਆਏਗਾ। ਸਾਰੀ ਜ਼ਿੰਦਗੀ ਰੋਂਦਿਆਂ ਲੰਘ ਗਈ, ਸਾਰੀ ਜ਼ਿੰਦਗੀ ਦੁੱਖ ਤਕਲੀਫਾਂ ਵਿੱਚ ਲੰਘ ਗਈ, ਸਾਰੀ ਜ਼ਿੰਦਗੀ ਚਿੰਤਾ ਵਿੱਚ ਲੰਘ ਗਈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਸਾਧ ਨਹੀਂ, ਸਾਧ ਦਾ ਅਰਥ ਸਵਾਦ। ਇਹ ਵੇਹੀ ਗੱਲ ਹੈ, ਇਹਨਾਂ ਗੱਲਾਂ ਦੇ ਵਿੱਚ ਫਿਰ ਸਵਾਦ ਨਹੀਂ। ਅਸੀਂ ਇਹਨਾਂ ਗੱਲਾਂ ਨੂੰ ਛੱਡ ਕੇ ਨਾਮ ਦੇ ਅਭਿਆਸੀ ਬਣੀਏ, ਨਾਮ ਦਾ ਰਸ ਜਿਹੜਾ ਉਹ ਪ੍ਰਾਪਤ ਕਰੀਏ।
ਇਸ ਲਈ ਸਾਹਿਬ ਕਹਿੰਦੇ ਇੱਕ ਦਿਨ ਤੂੰ ਆਇਆ ਦੁਨੀਆ 'ਚ, ਔਰ ਇੱਕ ਦਿਨ ਉਹ ਵੀ ਆਏਗਾ ਜਦੋਂ ਤੂੰ ਦੁਨੀਆ ਤੋਂ ਚਲੇ ਜਾਣਾ। ਸਾਰੀ ਉਮਰ ਸਰੀਰ ਦੀਆਂ ਲੋੜਾਂ ਨਾ ਪੂਰੀਆਂ ਕਰ ਬੰਦਿਆ, ਆਪਣੇ ਅੰਦਰ ਦੀ ਜਿੰਦ ਦੀ ਲੋੜ ਪੂਰੀ ਕਰ, ਉਹਦੀ ਜ਼ਰੂਰਤ ਪੂਰੀ ਕਰ। ਉਹਦੀ ਜ਼ਰੂਰਤ ਹੈ ਪਰਮੇਸ਼ਵਰ ਦਾ ਨਾਮ, ਉਹਦੀ ਖੁਰਾਕ ਹੈ ਆ ਸਤ ਸੰਗਤ ਤੇ ਆ ਸੱਚੀ ਬਾਣੀ ਜਿਹੜੀ ਸਾਨੂੰ ਮਿਲੀ ਹੈ। ਆਪਣੀ ਜਿੰਦ ਨੂੰ ਮਨ ਦੇ ਰਾਹੀਂ ਜੋੜਨਾ ਕਰ, ਤਾਂ ਕਿ ਤੂੰ ਜ਼ਿੰਦਗੀ ਵਿੱਚ ਕੁਝ ਲਾਹਾ ਜਿਹੜਾ ਹੈ ਉਹ ਖੱਟ ਕੇ ਲੈ ਜਾਏ। ਚੰਗੇ ਕਰਮ ਕਰਕੇ ਚੰਗਾ ਫਲ ਆਪਣੇ ਜੀਵਨ ਦੇ ਅੰਦਰ ਤੂੰ ਪ੍ਰਾਪਤ ਕਰ ਸਕੇ। ਰਾਮ ਚੁਰੈ ਦਲ ਮਿਲਵੈ, ਅੰਤਰ ਬਲ ਅਧਿਕਾਰ। ਅਗਲੇ ਜਿਹੜੇ ਸ਼ਲੋਕ ਨੇ ਨਾ, ਇਹਨੂੰ ਸਮਝਣ ਲਈ ਇੱਕ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਲੈ ਕੇ ਚੱਲੀਏ, ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ, ਬਾਲੀ ਰੋਵੈ ਨਾਏ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਮਹਾਰਾਜ ਕਹਿੰਦੇ ਮੈਂ ਵੇਖ ਰਿਹਾ ਸਾਰਾ ਸੰਸਾਰ ਹੀ ਜਿਹੜਾ ਹੈ ਉਹ ਦੁੱਖ ਵਿੱਚ ਕੁਰਲਾ ਰਿਹਾ ਹੈ, ਦੁੱਖ ਵਿੱਚ ਰੋ ਰਿਹਾ ਹੈ। ਤੇ ਉਹਦੇ ਵਿੱਚ ਸਾਰਿਆਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਉਸ ਪੰਕਤੀ ਨੂੰ ਲੈ ਕੇ ਆਪਾਂ ਚੱਲੀਏ ਤੇ ਕਹਿਣ ਲੱਗੇ, ਦੇਖੋ ਇੱਕ ਸੰਸਾਰ ਦੇ ਵਿੱਚ ਹੁਣ ਇਹਦੇ ਵੀ ਦੋ ਅਰਥ ਲੈ ਕੇ ਚੱਲਣਾ, ਬੜੀ ਬਰੀਕੀ ਤੇ ਧਿਆਨ ਨਾਲ ਸਮਝਣ ਦੀ ਲੋੜ ਹੈ। ਇੱਕ ਆਪਣੇ ਜੀਵਨ ਅੰਦਰ ਲਾ ਕੇ ਵਿਚਾਰ ਚੱਲਣੀ, ਇੱਕ ਸਮੇਂ ਦੇ ਜਿਹੜੇ ਸ਼੍ਰੀ ਰਾਮ ਚੰਦਰ ਜੀ ਹੋਏ, ਸੀਤਾ ਲక్ష్మణ ਔਰ ਜਿਹੜਾ ਇਹ ਰਾਵਣ, ਉਹ ਕਹਾਣੀ ਨੂੰ ਆਪਾਂ ਲੈ ਕੇ ਆਪਣੀ ਕਹਾਣੀ ਨਾਲ ਜੋੜਨਾ ਹੈ। ਥੋੜਾ ਜਿਹਾ ਸਮਝ ਲੈਣਾ, ਪਹਿਲੇ ਜਿਹੜੇ ਅੱਖਰੀ ਅਰਥ ਨੇ ਉਹ ਸਮਝ ਲੈਣੇ। ਗੁਰੂ ਸਾਹਿਬ ਜੀ ਕਹਿੰਦੇ, ਰਾਮ ਝੁਰੈ ਦਲ ਮੇਲਵੈ, ਅੰਤਰ ਬਲ ਅਧਿਕਾਰ। ਜਿਸ ਰਾਮ ਚੰਦਰ ਜੀ ਦੇ ਕੋਲ ਅੰਦਰ ਬਲ ਤਾਕਤ ਵੀ ਸੀ, ਔਰ ਉਹਦੇ ਕੋਲ ਉਹਨਾਂ ਕੋਲ ਸਾਰੇ ਅਧਿਕਾਰ ਵੀ ਜਿਹੜੇ ਸੀ ਉਹ ਬਲ ਵਾਲੇ ਮੌਜੂਦ ਸਨ, ਪਰ ਫਿਰ ਵੀ ਉਹ ਝੁਰੇ ਦਾ ਅਰਥ ਉਹ ਫਿਰ ਵੀ ਦੁਖੀ ਰਹੇ। ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਉਹ ਰੋਂਦੇ ਹੋਏ ਨਜ਼ਰ ਆਉਣਗੇ। ਕਿਉਂ ਰੋਂਦੇ ਹੋਏ ਨਜ਼ਰ ਆਉਣਗੇ? ਕਿਉਂਕਿ ਸਮਾਂ ਐਸਾ ਬਣ ਗਿਆ ਕਿ ਇੱਕ ਤੇ 14 ਸਾਲ ਦਾ ਬਨਵਾਸ ਮਿਲ ਗਿਆ, ਔਰ ਦੂਸਰਾ ਉਸ ਬਨਵਾਸ ਬਨ ਕਹਿੰਦੇ ਜੰਗਲ ਵਿੱਚ ਵਾਸ ਕਰਨਾ ਸੀ 14 ਸਾਲ। 14 ਸਾਲ ਜੰਗਲ ਦੇ ਵਿੱਚ ਵਾਸ ਕਰਨ ਦਾ ਟਾਈਮ ਮਿਲਿਆ। ਉਸ ਦੌਰਾਨ ਕੀ ਹੋਇਆ? ਉਸ ਦੌਰਾਨ ਜਿਹੜਾ ਸੀ ਉਹ ਸੀਤਾ ਜਿਹੜੇ ਜੀਵਨ ਦੀ ਸਾਥੀ ਸੀ ਉਹ ਵੀ ਵਿਛੜ ਗਈ। ਹੁਣ ਉਹਨੂੰ ਪ੍ਰਾਪਤ ਕਰਨ ਵਾਸਤੇ ਇੱਕ ਸੰਘਰਸ਼ ਕਰਨਾ ਸੀ। ਉਹ ਸੰਘਰਸ਼ ਕਰਨ ਵਾਸਤੇ ਇੱਕ ਫੌਜ ਤਿਆਰ ਕਰਨੀ ਸੀ। ਅੱਜ ਇਸ ਰਾਮਾਇਣ ਨੂੰ ਬੱਚਾ ਜਾਣਦਾ ਹੈ, ਕਿਉਂਕਿ ਟੀਵੀ ਸੀਰੀਅਲ ਰਾਹੀਂ ਘਰ ਪਹੁੰਚਾਇਆ ਹੋਇਆ ਹੈ। ਇਹਨੂੰ ਸਮਝਣਾ ਸਾਡੇ ਲਈ ਸੌਖਾ ਹੋ ਜਾਏਗਾ। ਕਹਿਣ ਲੱਗੇ, ਰਾਮ ਝੁਰੈ ਦਲ ਮਿਲਵੈ, ਅੰਤਰ ਬਲ ਅਧਿਕਾਰ। ਜਿਨ੍ਹਾਂ ਦੇ ਅੰਦਰ ਬਲ ਵੀ ਹੈ ਔਰ ਉਸ ਬਲ ਦਾ ਅਧਿਕਾਰ, ਉਹਨੂੰ ਵਰਤਣਾ ਵੀ ਉਹਨਾਂ ਦਾ ਅਧਿਕਾਰ ਉਹਨਾਂ ਕੋਲ ਹੈ, ਪਰ ਉਹ ਫਿਰ ਵੀ ਦਲ ਮੇਲਵੈ। ਦਲ ਕਹਿੰਦੇ ਫੌਜ ਨੂੰ। ਉਹ ਫਿਰ ਵੀ ਇੱਕ ਫੌਜ ਜਿਹੜੀ ਹੈ ਉਹ ਪਰੇਸ਼ਾਨੀ ਵਿੱਚ, ਦੁੱਖ ਵਿੱਚ, ਉਹ ਫੌਜ ਇੱਕ ਇਕੱਠੀ ਕਰਨਾ ਚਾਹੁੰਦੇ ਹਨ। ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਜ ਅਪਾਰ। ਉਹਨਾਂ ਨੇ ਇੱਕ ਬਾਨਰ ਸੈਨਾ ਜਿਹੜੀ ਹੈ ਉਹ ਇਕੱਠੀ ਕੀਤੀ ਹੈ, ਜਿਹੜੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਈ ਹੈ। ਕਹਿੰਦੇ ਨੇ ਬੰਤਰ ਕੀ ਸੈਨਾ ਸੇਵੀਐ, ਜਿਹੜੀ ਉਹਨਾਂ ਨੇ ਬਾਨਰ ਸੈਨਾ ਇਕੱਠੀ ਕੀਤੀ ਹੈ ਨਾ, ਉਹ ਸਾਰੀ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਈ ਹੈ। ਮਨ ਤਨ ਜੂਝ ਅਪਾਰ, ਜਿਨ੍ਹਾਂ ਦੇ ਮਨ ਔਰ ਤਨ ਵਿੱਚ ਅਪਾਰ ਜੂਝਣ ਦਾ ਚਾਉ ਹੈ। ਜਿਹੜੇ ਸ਼੍ਰੀ ਰਾਮ ਜੀ ਅੱਗੇ ਖਲੋ ਕੇ ਕਹਿੰਦੇ ਨੇ ਕਿ ਅਸੀਂ ਤੁਹਾਡੀ ਖਾਤਰ ਜੂਝਣ ਵਾਸਤੇ ਤਿਆਰ ਹਾਂ। ਸਾਡੇ ਮਨ ਔਰ ਤਨ ਦੇ ਵਿੱਚ ਇਸ ਜੂਝਣ ਵਾਸਤੇ ਇਹ ਅਪਾਰ ਜਿਹੜਾ ਉਤਸ਼ਾਹ ਭਰਿਆ ਹੋਇਆ ਹੈ। ਸੀਤਾ ਲੈ ਗਿਆ ਦਹਸਰੋ, ਲక్ష్మణ ਮੂਹ ਸਰਾਪ। ਹੁਣ ਕਹਿੰਦੇ ਉਹ ਜਿਹੜੀ ਬਾਨਰ ਸੈਨਾ ਸੀ ਨਾ, ਉਹਨਾਂ ਨੇ ਸ਼੍ਰੀ ਰਾਮ ਜੀ ਦਾ ਸਾਥ ਦਿੱਤਾ, ਚੜ੍ਹਾਈ ਕਰ ਦਿੱਤੀ ਲੰਕਾ ਤੇ। ਕਿਉਂ ਲੰਕਾ ਤੇ ਚੜ੍ਹਾਈ ਕੀਤੀ? ਕਿਉਂਕਿ ਸੀਤਾ ਲੈ ਗਿਆ ਦਹ ਸਿਰੋ, 10 ਸਿਰਾਂ ਦੀ ਤਾਕਤ ਰੱਖਣ ਵਾਲਾ ਰਾਵਣ, ਜਿਹਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ।
कि लंका गढ़ सोने का भया मूर्ख रावण क्या ले गया। 1 ਲੱਖ पूत 1.25 ਲੱਖ नाती तह रावण घर दिया ना बाती। इत्थे एक बेनती करके चलना, बार-बार ध्यान रखियो, माड़ी जी इकाग्रता बना के रखियो। साडे अंदर ही राम है, साडे अंदर ही लक्ष्मण है, साडे अंदर ही सीता है, साडे अंदर ही रावण है। इसलिए सिर्फ पहला बाहर दे अखरी अर्थ समझ लेना, अखीर ते जाके फिर अंदर दी गल करा, जिवें गुरु साहब मत देणगे कि साडे अंदर ही ये कहानी बनी पई है सारी। साडे अंदर भी जिहड़ा लक्ष्मण है वो जिहड़ा मुरशद होया पिया है, साडे अंदर जिहड़ी सीता है वो रावण जिहड़ा वो लै गया। हुण वो रावण कौन है, सीता कौन है, राम कौन है, लक्ष्मण कौन है, ये थोड़ा जिहा ध्यान देना पएगा। पर पहलां इन्हां अखरी अर्थां नूं जिहड़े ने इन्हां नूं समझ लईए। गुरु नानक साहब जी कहंदे ने कि जिहड़ा लंका ते चढ़ाई श्री राम जी ने कीती है बानर सैना नूं नाल लै के, ਉਹਦਾ ਕਾਰਨ ਕੀ ਸੀ? ਸੀਤਾ ਲੈ ਗਿਆ ਜੈਸਰੋ, ਕਿਉਂਕਿ ਰਾਵਣ 10 ਸਿਰਾਂ ਜਿੰਨੀ ਤਾਕਤ ਬਲ ਰੱਖਣ ਵਾਲਾ, ਇੰਨੀ ਤਾਕਤ ਸੀ ਉਹਦਾ ਦਿਮਾਗ ਇੰਨਾ ਤੇਜ਼ ਚੱਲਦਾ ਸੀ ਕਿ 10 ਸਿਰ ਜਿਹੜੇ ਨੇ ਉਹਨਾਂ ਨੂੰ ਇਕੱਠਾ ਕਰ ਲਓ ਤੇ ਇੱਕ ਸਿਰ ਜਿਹੜਾ ਰਾਵਣ ਦਾ ਬਣਦਾ ਹੈ। ਕਹਿੰਦੇ ਉਹ ਸੀਤਾ ਨੂੰ ਲੈ ਗਿਆ ਸੀ ਹਰ ਕੇ, ਧੋਖੇ ਨਾਲ ਭੁਲੇਖੇ ਨਾਲ, ਉਹ ਸਾਰੇ ਤੁਸੀਂ ਜਾਣਦੇ ਹੋ। ਉਹਨਾਂ ਨੂੰ ਪ੍ਰਾਪਤ ਕਰਨ ਲਈ ਬਾਨਰ ਸੈਨਾ ਨੂੰ ਨਾਲ ਲੈ ਕੇ श्री राम जी ने लंका ते चढ़ाई की। उस चढ़ाई विच युद्ध विच लक्ष्मण मूहों सराप, जदों मेघनाथ नाल मुकाबला होया ते उस मेघनाथ ने ऐसा वार किया कि लक्ष्मण जिहड़ा उत्थे मूर्छद हो के भाव मोयां दे रूप विच उत्थे जमीन ते डिग पिया। नानक करता करनहार कर वेखै थाप उथाप। नानक जी कहंदे आ भावें तुसीं समय दी वंड कीती है, किसे नूं सतयुग, किसे नूं त्रेता, किसे नूं दुआपर ते किसे नूं कलयुग आखिया। गुरु नानक साहब कहंदे ये साडी सोच दी वंड है। ये बंदे दे दिमाग ने 4 वंड 4 हिस्से करके रख दिते, मनुख नूं 4 जातां विच वंड के रख दिता। पर ध्यान रखियो इन्हां सारियां उत्ते हुक्म एक दा ही चलदा है। भावें वो सतयुग होवे, भावें त्रेता होवे, दुआपर होवे, कलयुग होवे, हर वेले करन कारण हार पर इक्को ही है, दूजा तीजा होर कोई भी नहीं है। जिवें जपजी साहिब च पढ़दे आ, एका माई जुगत विआई 3 चेले, परवान एक संसारी एक भंडारी एक लाए दीवान। पर वो तिन्ने दे तिन्ने एक दे हुक्म विच ने, उस तो वड्डा कोई नहीं है। वो सारी सृष्टि नूं बनाउण वाला मिटाउण वाला एक अकाल पुरख तो वड्डा दुनिया विच कोई नहीं। उहदे हुक्म दे विच ही सारा संसार है, उहदे हुक्म विच ही आउणा ते जाना। जां पहला श्लोक जिहड़ा आपां पढ़िया है, माणू घल्लै उठी ਚੱਲੇ। ਹੁਣ ਇੱਥੇ ਜਿਹੜਾ युद्ध ਹੋਇਆ ਉਹਦੇ ਵਿੱਚ ਵੀ ਕਈ ਮਾਰੇ ਗਏ, ਕਈ ਦੁਨੀਆ ਤੋਂ ਸ਼ਰੀਰ ਛੱਡ ਕੇ ਚਲੇ ਗਏ। ਕਹਿੰਦੇ ਇਹ ਵੀ ਨਾਨਕ ਕਰਤਾ ਕਰਨਹਾਰ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ। ਕਹਿੰਦੇ ਕਰ ਵੇਖੈ ਥਾਪ ਉਥਾਪ, ਉੱਥੇ ਵੀ ਜਿਹੜੀ ਜੰਗ ਹੋਈ ਹੈ ਉਹਦੇ ਵਿੱਚ ਵੀ ਉਹ ਥਾਪਣ ਵਾਲਾ ਵੀ ਆਪ ਤੇ ਉਥਾਪ ਭਾਵ ਬਣਾਉਣ ਵਾਲਾ ਵੀ ਆਪ ਤੇ ਮਿਟਾਉਣ ਵਾਲਾ ਵੀ ਜਿਹੜਾ ਸੀ ਉਹ ਆਪ ਹੈ। ਜਦੋਂ ਇਹ ਸ਼ਲੋਕ ਉਚਾਰਿਆ ਨਾ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਜੀ ਗੱਲ ਸਮਝ ਨਹੀਂ ਆਈ ਚੰਗੀ ਤਰ੍ਹਾਂ, ਥੋੜਾ ਜਿਹਾ ਹੋਰ ਕਲੀਅਰ ਕਰੋ ਇਸ ਗੱਲ ਨੂੰ, ਥੋੜਾ ਹੋਰ ਵਿਚਾਰ ਜਿਹੜੀ ਹੈ ਸਮਝਾਓ, ਕੋਈ ਸ਼ੰਕਾ ਮਨ ਵਿੱਚ ਰਹੀ ਨਾ ਜਾਏ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਨਾਲ ਹੀ ਇੱਕ ਹੋਰ ਸ਼ਲੋਕ ਉਚਾਰਨ ਕਰਕੇ ਸਾਡੇ ਜੀਵਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ। ਮਨ ਮਹਿ ਚੂਰੈ ਰਾਮਚੰਦ ਸੀਤਾ ਲక్ష్మణ ਜੋਗ। ਕਹਿੰਦੇ ਇੱਕ ਟਾਈਮ ਇਦਾਂ ਦਾ ਆ ਗਿਆ ਸੀ ਕਿ ਜਿਹਨੂੰ ਤੁਸੀਂ ਸ਼੍ਰੀ ਰਾਮ ਜਾਂ ਤੁਸੀਂ ਰਾਜਾ ਰਾਮ ਜਿਹਨੂੰ ਕਹਿੰਦੇ ਹੋ, ਕਿਉਂਕਿ ਉਹ ਸੰਸਾਰੀ ਰਾਮ ਨੇ, ਤੇ ਇੱਕ ਪਰਮੇਸ਼ਵਰ ਜਿਹਨੂੰ ਕਬੀਰ ਜੀ ਕਹਿੰਦੇ ਕਬੀਰ ਰਾਮ ਕਹਿਨ ਮੈਂ ਭੇਦ ਹੈ। ਜੇ ਆਪਾਂ ਥੋੜਾ ਜਿਹਾ ਅੱਗੇ ਵੀ ਬੜੀ ਵਾਰ ਵਿਚਾਰਿਆ ਹੋਇਆ ਹੈ, ਅੱਜ ਫਿਰ ਉਹਨੂੰ ਆਪਾਂ ਰਿਪੀਟ ਕਰ ਲਈਏ ਕਿ ਜੇ ਸ਼੍ਰੀ ਰਾਮ ਜੀ ਦੀ ਗੱਲ ਆਪਾਂ ਕਰੀਏ ਉਹ ਤਾਂ ਫਿਰ ਤ੍ਰੇਤਾ ਵਿੱਚ ਆਉਂਦੇ ਨੇ, ਤੇ ਜੇ ਅਸੀਂ ਰਾਮ ਦੀ ਗੱਲ ਕਰੀਏ ਤੇ ਫਿਰ ਉਹ ਸਤਜੁਗ ਵਿੱਚ ਰਾਮ ਦਾ ਨਾਮ ਕਿਹੜਾ ਜਪਿਆ ਜਾ ਰਿਹਾ ਸੀ। ਜੇ ਧਰੂ ਤੇ ਪ੍ਰਹਿਲਾਦ ਦੀ ਗੱਲ ਕਰੀਏ ਤਾਂ ਸੰਸਾਰ ਵਿੱਚ ਜਿਹੜੇ ਸ਼੍ਰੀ ਰਾਮ ਜੀ ਆਉਂਦੇ ਨੇ
ਉਹਨਾਂ ਤੋਂ ਕਈ ਸਦੀਆਂ ਪਹਿਲਾਂ ਧਰੂ ਤੇ ਪ੍ਰਹਿਲਾਦ ਜਿਹੜੇ ਨੇ ਆ ਕੇ ਚਲੇ ਜਾਂਦੇ ਨੇ, ਫਿਰ ਉਹਨਾਂ ਨੇ ਕਿਹੜਾ ਰਾਮ ਜਪਿਆ? ਇਹਦਾ ਮਤਲਬ ਰਾਮ ਕਹਿਣ ਮੈਂ ਭੇਦ ਹੈ, ਫਰਕ ਹੈ। ਇੱਕ ਰਮਿਆ ਹੋਇਆ, ਸਾਰਿਆਂ ਵਿੱਚ ਰਮਿਆ ਰਾਮ ਹੈ, ਕਣ ਕਣ ਦੇ ਵਿੱਚ। ਇੱਕ ਸ਼੍ਰੀ ਰਾਮ ਜਿਹੜੇ ਇਸ ਧਰਤੀ ਤੇ ਅਯੁੱਧਿਆ ਦੇ ਜਿਹੜੇ ਉਹ ਰਾਜਾ ਬਣ ਕੇ ਆਉਂਦੇ ਨੇ, ਇਹ ਉਹਨਾਂ ਦੀ ਗੱਲ ਕਰਦਿਆਂ ਕਹਿ ਰਹੇ ਨੇ, ਕਹਿੰਦੇ ਇੱਕ ਟਾਈਮ ਐਸਾ ਆਇਆ ਸੀ ਕਿ ਮਨ ਮਹਿ ਝੂਰੈ ਰਾਮਚੰਦ। ਸ਼੍ਰੀ ਰਾਮਚੰਦਰ ਜੀ ਮਨ ਦੇ ਵਿੱਚ ਦੁਖੀ ਨੇ, ਮਨ ਦੇ ਵਿੱਚ ਪਰੇਸ਼ਾਨ ਨੇ। ਸੀਤਾ ਲక్ష్మణ ਯੋਗ, ਉਹ ਚਾਹੁੰਦੇ ਨੇ ਕਿ ਇੱਕ ਸੀਤਾ ਤਾਂ ਮੇਰੇ ਤੋਂ ਵਿਛੜੀ ਸੀ, ਅੱਜ ਲక్ష్మణ ਵੀ ਮੁਰਸ਼ਿਦ ਹੋ ਕੇ ਮੇਰੇ ਤੋਂ ਵਿਛੜ ਚੱਲਿਆ। ਇਹ ਵੀ ਕਿਤੇ ਤੁਸੀਂ ਸੀਰੀਅਲ ਵੇਖਿਆ ਨਾ ਸਾਰਿਆਂ ਨੇ, ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ, ਕਿੰਤੂ ਪਰੰਤੂ ਨਹੀਂ, ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਹੈ। ਤੁਸੀਂ ਸੀਰੀਅਲ ਵੇਖਿਆ ਜਦੋਂ ਲక్ష్మణ ਮੁਰਸ਼ਿਦ ਹੁੰਦਾ ਹੈ ਤੇ ਕਿੰਨਾ ਬੁਰਾ ਹਾਲ, ਕਿੰਨਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ ਕਿ ਮੈਂ ਤੇ ਸੀਤਾ ਨੂੰ ਲੈਣ ਆਇਆ ਸੀ, ਲక్ష్మణ ਵੀ ਚਲਾ ਗਿਆ। ਹੁਣ ਉਹਦੇ ਵਾਸਤੇ ਕਹਿੰਦੇ ਨੇ ਮਨ ਮੈਂ ਝੂਰੈ ਰਾਮਚੰਦ। ਜੋਗ ਦਾ ਅਰਥ ਹੈ ਵੀ ਇਹਨਾਂ ਦੀ ਖਾਤਰ, ਇਹਨਾਂ ਦੇ ਵਾਸਤੇ, ਦੋਵਾਂ ਦੇ ਵਾਸਤੇ ਮਨ ਵਿੱਚ ਕਿਤੇ ਨਾ ਕਿਤੇ ਦੁਖੀ ਰਾਮ ਜੀ ਨੂੰ ਹੋਣਾ ਪਿਆ ਹੈ। ਹਣਵੰਤਰ ਅਰਾਧਿਆ ਆਇਆ ਕਰ ਸੰਜੋਗ। ਫਿਰ ਅਰਾਧਿਆ ਸੀ, ਕਹਿੰਦੇ ਹਣਵੰਤਰ ਹਨੂਮਾਨ ਕਹਿਣ ਲੱਗੇ, ਫਿਰ ਉਹਨੂੰ ਅਰਾਧਿਆ, ਉਹ ਸੰਜੋਗ ਐਸਾ ਬਣ ਗਿਆ ਕਿ ਸਾਰੀ ਬਾਨਰ ਸੈਨਾ ਜਿਹੜੀ ਸੀ ਹਨੂਮਾਨ ਦੇ ਨਾਲ, ਕਹਿੰਦੇ ਸ਼੍ਰੀ ਰਾਮ ਜੀ ਦਾ ਸਹਿਯੋਗ ਜਿਹੜਾ ਦੇਣ ਵਾਸਤੇ ਆਈ। ਤੇ ਜਦੋਂ ਜਿਹੜਾ ਸੀਤਾ ਜੀ ਨੂੰ ਲੈਣ ਜਾਣਾ ਤਾਂ ਵੀ ਬਾਨਰ ਸੈਨਾ ਦਾ ਸਾਥ। ਤੇ ਜਿੱਦਣ ਲక్ష్మణ ਮੁਰਸ਼ਿਦ ਹੋ ਗਿਆ ਉਦਣ ਫਿਰ ਹਨੂਮਾਨ ਨੂੰ ਸੱਦਿਆ ਗਿਆ ਵੀ ਤੂੰ ਹੀ ਹੈ ਇੱਕ ਜਿਹੜਾ ਜੜੀ ਬੂਟੀ ਲਿਆ ਕੇ ਇਹਨੂੰ ਦੁਬਾਰਾ, ਇਹਨੂੰ ਮੁਰਸ਼ਿਦ ਹੋਏ ਹੋਏ ਨੂੰ ਦੁਬਾਰਾ ਜੀਵਨ ਦੇ ਕੇ ਜੀਵਤ ਕਰ ਸਕਦਾ ਹੈ। ਫਿਰ ਹਨੂਮਾਨ ਨੂੰ ਭੇਜਿਆ, ਉਹ ਜਾ ਕੇ ਜੜੀ ਬੂਟੀ ਲੈ ਕੇ ਆਉਂਦੇ ਨੇ, ਫਿਰ ਜਾ ਕੇ ਕਿਤੇ ਉਹਨੂੰ ਦੁਬਾਰਾ ਹੋਸ਼ ਆਉਂਦੀ ਹੈ। ਸਾਹਿਬ ਜੀ ਕਹਿੰਦੇ ਇਹ ਸਾਰਿਆਂ ਨੇ ਸੁਣਿਆ ਹੋਇਆ ਹੈ ਕਿ ਹਣਵੰਤਰ ਅਰਾਧਿਆ ਆਇਆ ਕਰ ਸੰਜੋਗ। ਫਿਰ ਐਸਾ ਸੰਜੋਗ ਬਣਿਆ ਕਿ ਜਿਹੜਾ ਉਹ ਮੁਰਸ਼ਿਦ ਹੋ ਗਿਆ ਸੀ ਲక్ష్మణ, ਉਹਨੂੰ ਦੁਬਾਰਾ ਹੋਸ਼ ਵਿੱਚ ਲਿਆਂਦਾ ਗਿਆ। ਭੂਲਾ ਦੈਂਤ ਨਾ ਸਮਝਈ ਤਿੰਨ ਪ੍ਰਭ ਕੀਏ ਕਾਮ। ਪਰ ਜਿਹੜਾ ਉਹ ਰਾਵਣ ਬੈਠਾ ਨਾ ਅੰਦਰ ਹੰਕਾਰ ਨਾਲ ਭਰਿਆ ਹੋਇਆ, ਉਹ ਭੁੱਲਿਆ ਬੈਠਾ ਦੈਂਤ, ਉਹ ਸਮਝ ਹੀ ਨਹੀਂ ਰਿਹਾ ਕਿ ਇਹ ਸਾਰੀ ਖੇਡ ਪ੍ਰਭੂ ਨੇ ਬਣਾਈ ਹੈ। ਕਿਉਂਕਿ ਜਿਹਦਾ ਜਨਮ ਹੋਇਆ ਉਹਦੀ ਮੌਤ ਹੈ, ਜਿਹੜਾ ਉਪਜਿਆ ਉਹਨੇ ਵਿਨਸਣਾ ਹੈ, ਜਿਹੜਾ ਆਇਆ ਉਹਨੇ ਚੱਲਣਾ। ਤੇ ਜਿਹਨੂੰ ਹੰਕਾਰ ਹੋ ਜਾਂਦਾ ਨਾ, ਉਹ ਕਹਿੰਦਾ ਮੈਨੂੰ ਮੌਤ ਆ ਹੀ ਨਹੀਂ ਸਕਦੀ, ਮੈਂ ਮਰ ਹੀ ਨਹੀਂ ਸਕਦਾ, ਕਿਹੜਾ ਮੈਨੂੰ ਮਾਰ ਸਕਦਾ ਹੈ। ਹਰਨਾਕਸ਼ ਨੂੰ ਵੀ ਇਹੀ ਭੁਲੇਖਾ ਸੀ, ਫਿਰ ਪ੍ਰਭੂ ਨੇ ਬਣਾਤੀ ਨਾ ਖੇਡ ਤੇ ਉਸ ਨੂੰ ਮੌਤ ਦੇ ਦਿੱਤੀ। ਰਾਵਣ ਨੂੰ ਵੀ ਭੁਲੇਖਾ ਪੈ ਗਿਆ ਕਿ ਮੈਨੂੰ ਮੌਤ ਆ ਹੀ ਨਹੀਂ ਸਕਦੀ, ਪਰ ਅਸਲ ਵਿੱਚ ਇਹ ਸਾਰੀ ਖੇਡ ਕਹਿੰਦੇ ਮਾਲਕ ਨੇ ਬਣਾਈ ਸੀ, ਰਾਵਣ ਦੀ ਮੌਤ ਦਾ ਕਾਰਨ ਬਣਾਇਆ ਸੀ। ਕਿਉਂ? ਕਿਉਂਕਿ ਇਸ ਸੰਸਾਰ ਵਿੱਚ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਫਿਰ ਭੂਲਾ ਦੈਂਤ ਨਾ ਸਮਝਈ, ਉਹ ਹੰਕਾਰ ਵਿੱਚ ਸਮਝਣਾ ਹੀ ਨਹੀਂ ਚਾਹ ਰਿਹਾ ਸੀ। ਤਿੰਨ ਪ੍ਰਭ ਕੀਏ ਕਾਮ, ਇਹ ਸਾਰੀ ਖੇਡ ਉਹਦੀ ਮੌਤ ਦਾ ਕਾਰਨ ਬਣਾਉਣ ਵਾਸਤੇ ਪ੍ਰਭੂ ਨੇ ਕੀਤੀ ਹੈ। ਨਾਨਕ ਵੇ ਪ੍ਰਵਾਹ ਸੋ ਕਿਰਤਨਾ ਮਿੱਟੀ ਰਾਮ। ਨਾਨਕ ਜੀ ਕਹਿੰਦੇ ਉਹ ਬੇਪਰਵਾਹ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹ ਕਿਸੇ ਦਾ ਮੁਹਤਾਜ ਨਹੀਂ ਹੈ, ਕਿਸੇ ਦਾ ਬੇਪਰਵਾਹ ਹੈ। ਉਹਦੀ ਕਿਰਤ ਕੇ ਕੋਈ ਮਿਟਾ ਹੀ ਨਹੀਂ ਸਕਦਾ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਇਸ ਲਈ ਜੋ ਤੇਰੇ ਜੀਵਨ ਵਿੱਚ ਲਿਖਿਆ ਉਹਨੂੰ ਮਿਟਾ ਨਹੀਂ ਸਕਦਾ। ਇਸ ਲਈ ਤੂੰ ਉਹਦੇ ਨਾਮ ਦੀ ਆਰਾਧਨਾ ਕਰ ਜਿਹਦੇ ਹੱਥ 'ਚ ਕਲਮ ਹੈ, ਜਿਹਨੇ ਤੈਨੂੰ ਜਨਮ ਦਿੱਤਾ, ਜਿਹਨੇ ਤੈਨੂੰ ਪਾਲਣਾ ਹੈ, ਜਿਹਨੇ ਸੰਭਾਲਣਾ ਹੈ, ਜਿਹਨੇ ਤੈਨੂੰ ਮਨੁੱਖਾ ਦੇਹੀ ਦਿੱਤੀ ਹੈ। ਤੂੰ ਉਹਦੇ ਹੁਕਮ ਵਿੱਚ ਚੱਲ, ਉਹਦੇ ਮੁਤਾਬਕ ਕਰਮ ਕਰ, ਤਾਂ ਜੀਵਨ ਸਫਲਾ ਹੋ ਸਕਦਾ ਹੈ। ਹੁਣ ਥੋੜਾ ਜਿਹਾ ਹੋਰ ਧਿਆਨ ਦਿਓ, ਆਪਾਂ ਗੁਰਬਾਣੀ 'ਚੋਂ ਇਹਦੇ ਅਰਥ ਕਿਵੇਂ ਕਰੀਏ। ਬਾਹਰ ਦੀ ਇਹ ਕਹਾਣੀ ਤਾਂ ਸਾਰਿਆਂ ਨੇ ਸੁਣੀ ਹੋਈ ਹੈ, ਹੁਣ ਇਹਨੂੰ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਢਾਲੀਏ। ਜਿਹੜੇ 2-4 ਮਿੰਟ ਰਹਿ ਗਏ, ਬੜੇ ਧਿਆਨ ਨਾਲ ਸਮਝਣਾ। ਸਾਡਾ ਮਨ ਪਤਾ ਕੀ ਹੈ? ਸਾਡਾ ਮਨ ਹੈ ਲక్ష్మణ, ਔਰ ਸਾਡਾ ਅੰਦਰ ਰਾਵਣ ਪਤਾ ਕੌਣ ਹੈ? ਰਾਵਣ ਹੈ ਹੰਕਾਰ।
ਤੇ ਸਾਡਾ ਅੰਦਰ ਰਾਮ ਪਤਾ ਕੀ ਹੈ? ਤੁਸੀਂ ਇੱਕ ਸ਼ਬਦ ਵਰਤਦੇ ਹੋ ਆਤਮ ਰਾਮ, ਵਰਤਦੇ ਆ ਨਾ ਆਤਮ ਰਾਮ। ਆ ਕਈਆਂ ਨੂੰ ਭੁਲੇਖਾ ਹੁੰਦਾ ਜਦੋਂ ਸੰਸਕਾਰ ਹੁੰਦਾ ਨਾ, ਤੇ ਜਦੋਂ ਫੁੱਲ ਜਿਹੜੇ ਨੇ ਉੱਥੇ ਦੀ ਜਿਹੜਾ ਅੰਗੀਠਾ ਸੰਭਾਲਿਆ ਜਾਂਦਾ, ਤੇ ਉੱਥੇ ਕਈ ਕਹਿੰਦੇ ਜੀ ਦੇਖੋ ਕਿਤੇ ਆਤਮ ਰਾਮ ਵੀ ਪਿਆ ਹੋਣਾ। ਕਈਆਂ ਨੂੰ ਉੱਥੇ ਹੁੰਦਾ ਏ, ਪਰ ਇੱਥੇ ਸਾਡੇ ਅੰਦਰ ਜਿਹੜਾ ਰਾਮ ਹੈ ਨਾ, ਉਹ ਸਾਡੀ ਜਿੰਦ ਹੈ। ਸਾਡੀ ਜਿੰਦ ਰਾਮ ਹੈ, ਸਾਡਾ ਮਨ ਲਛਮਣ ਹੈ, ਸਾਡਾ ਹੰਕਾਰ ਰਾਵਣ ਹੈ, ਤੇ ਸਾਡੀ ਮੱਤ ਜਿਹੜੀ ਹੈ ਨਾ ਉਹ ਸੀਤਾ ਹੈ। ਹੁਣ ਹੰਕਾਰ ਰੂਪੀ ਰਾਵਣ ਨੇ ਆਪਣੀ ਫੌਜ ਐਸੀ ਚਾੜ ਦਿੱਤੀ ਕਿ ਜਿਹਦੇ ਵਿੱਚ ਮਨ ਨੇ ਇਹਦੇ ਨਾਲ ਮੁਕਾਬਲਾ ਤਾਂ ਕੀਤਾ, ਪਰ ਇਹਦਾ ਜ਼ੋਰ ਜ਼ਿਆਦਾ ਸੀ। ਮਨ ਮੂਰਛਦ ਹੋ ਗਿਆ, ਮਨ ਬੇਹੋਸ਼ ਹੋ ਗਿਆ, ਮਨ ਆਪਣੀ ਹੋਸ਼ ਗਵਾ ਕੇ ਬਹਿ ਗਿਆ। ਮਨ ਨੂੰ ਕਿਹਾ ਗਿਆ ਨਾ, ਮਨ ਤੂੰ ਹੋਸ਼ ਵਿੱਚ ਆ, ਮਨ ਤੂੰ ਬੇਸੁੱਧ ਹੋਇਆ ਪਿਆ, ਹੋਸ਼ ਵਿੱਚ ਆ। ਇਹਦਾ ਮਨ ਮੁਰਸ਼ਦ ਹੋ ਗਿਆ, ਤੇ ਰਾਵਣ ਜਿਹੜਾ ਸੀ ਉਹ ਸਾਡੀ ਮੱਤ ਰੂਪੀ ਸੀਤਾ ਨੂੰ ਚੁਰਾ ਕੇ ਲੈ ਗਿਆ। ਸਾਡੀ ਮੱਤ ਜਿਹੜੀ ਸੀ ਇਹ ਹੰਕਾਰ ਚੁਰਾ ਕੇ ਲੈ ਗਿਆ। ਮੱਤ ਕੰਮ ਨਹੀਂ ਕਰਦੀ ਪਈ, ਮਨ ਮੁਰਸ਼ਦ ਹੋਇਆ ਪਿਆ। ਰਾਮ ਅੰਦਰ ਜਿੰਦ ਉਹ ਤੜਪਦੀ ਪਈ ਹੈ। ਜਿੰਦ ਅੰਦਰ ਆਤਮ ਰਾਮ ਰੋਂਦਾ ਪਿਆ ਹੈ ਕਿ ਮੈਂ ਕਦੋਂ ਪਰਮੇਸ਼ਵਰ ਨਾਲ ਮੇਰਾ ਮਿਲਾਪ ਹੋਏਗਾ। ਆ ਜਿਹੜੇ ਸਾਥੀ ਲੈ ਕੇ ਚੱਲਿਆ ਸੀ ਇਹ ਵੀ ਮੇਰੇ ਤੋਂ ਵਿਛੜ ਗਏ, ਸੀਤਾ ਵੀ ਵਿਛੜ ਗਈ, ਮੇਰੀ ਮੱਤ ਵੀ ਮੇਰੇ ਤੋਂ ਦੂਰ ਹੋ ਗਈ, ਮੇਰਾ ਮਨ ਜਿਹੜਾ ਸੀ ਇਹ ਮੇਰਾ ਮਨ ਵੀ ਮੁਰਸ਼ਦ ਹੋ ਗਿਆ, ਇਹ ਵੀ ਹੰਕਾਰ ਦੇ ਵਸ ਆ ਗਿਆ। ਫਿਰ ਉੱਥੇ ਕੀ ਕੀਤਾ? ਫਿਰ ਉੱਥੇ ਭਜਨ ਬੰਦਗੀ, ਪਰਮਾਤਮਾ ਨੂੰ ਚੇਤੇ ਕੀਤਾ। ਜਦੋਂ ਪਰਮਾਤਮਾ ਨੂੰ ਚੇਤੇ ਕੀਤਾ, ਫਿਰ ਉਸ ਰੱਬ ਨੇ ਖੇਡ ਐਸੀ ਬਣਾ ਦਿੱਤੀ, ਇਸ ਮਨ ਵਿੱਚ ਅੰਮ੍ਰਿਤ ਜਲ ਦੀਆਂ ਬੂੰਦਾਂ ਪਾ ਦਿੱਤੀਆਂ। ਅੰਮ੍ਰਿਤ ਕੀ ਸੀ? ਆ ਗੁਰਬਾਣੀ। ਇਸ ਮਨ ਵਿੱਚ ਫਿਰ ਗੁਰਬਾਣੀ ਜਦੋਂ ਲਿਆ ਕੇ ਪਾਈ, ਮਨ ਨੂੰ ਜਾਗ ਆਈ, ਤੇ ਮਨ ਨੇ ਫਿਰ ਕੀ ਕੀਤਾ? ਕਹਿੰਦੇ ਫਿਰ ਡਟ ਕੇ ਇਸ ਫੌਜ ਦਾ ਮੁਕਾਬਲਾ ਜਿਹੜਾ ਉਹ ਕੀਤਾ, ਤੇ ਉਹਦੇ ਕੋਲੋਂ ਆਪਣੀ ਮੱਤ ਛੁਡਾ ਲਈ। ਤੇ ਜਦੋਂ ਆਪਣੀ ਮੱਤ ਛੁਡਾ ਲਈ, ਫਿਰ ਮਨ ਔਰ ਮੱਤ ਕਰਕੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਚਿੱਤ ਇੱਕ ਮਨ ਭਾਏ ਕਰਕੇ ਜਦੋਂ ਧਿਆਇਆ, ਤੇ ਫਿਰ ਅੰਦਰ ਦੇ ਰਾਮ ਨੂੰ ਖੁਸ਼ੀ ਮਿਲੀ। ਆਤਮ ਰਾਮ, ਅੰਦਰ ਦੇ ਆਤਮ ਰਾਮ ਨੂੰ ਖੁਸ਼ੀ ਮਿਲੀ। ਫਿਰ ਸਾਰੇ ਜਾਣੇ ਰਲ ਕੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਫਿਰ ਆਪਣੇ ਘਰ ਨੂੰ ਵਾਪਸ ਬੜੀ ਖੁਸ਼ੀ ਚਲੇ ਗਏ। ਇਹ ਸਾਡੇ ਆਪਣੇ ਅੰਦਰ ਦੀ ਕਹਾਣੀ ਹੈ। ਆਪਣੇ ਅੰਦਰ ਵੇਖੋ, ਨਿਤ ਰਾਵਣ ਨਾਲ ਜੰਗ ਕਰਨੀ ਪੈਣੀ ਹੈ। ਜਿਹੜਾ ਅੰਦਰ ਹੰਕਾਰ ਨਾਲ ਭਰਿਆ ਪਿਆ ਨਾ, ਉਹ ਹੰਕਾਰ ਨੂੰ ਕਿਵੇਂ ਮਾਰਨਾ ਹੈ? ਉਹਦੇ ਲਈ ਬੰਦਗੀ ਕਰੋ, ਨਾਮ ਸਿਮਰਨ ਕਰੋ, ਉਹਦੇ ਲਈ ਗੁਰੂ ਦਰ ਤੇ ਆਓ, ਤੇ ਆ ਕੇ ਗੁਰਬਾਣੀ ਦੇ ਤੀਰ ਐਸੇ ਚਲਾਓ। ਰਾਮ ਨੇ ਕੀ ਕੀਤਾ? ਤੀਰ ਹੀ ਮਾਰਿਆ ਸੀ ਰਾਵਣ ਦੇ ਨਾਭੀ ਦੇ ਵਿੱਚ, ਤੀਰ ਹੀ ਮਾਰਿਆ। ਤੇ ਗੁਰੂ ਸਾਹਿਬ ਭੇਦ ਦਿੰਦੇ ਨੇ, ਆ ਗੁਰਬਾਣੀ ਦਾ ਅਣਿਆਲਾ ਤੀਰ ਮਾਰ, ਤਾਂ ਹੰਕਾਰ ਜਿੱਦਨ ਅੰਦਰੋਂ ਮਰ ਗਿਆ, ਉਸ ਦਿਨ ਫਿਰ ਤੇਰਾ ਇਹ ਜੀਵਨ ਜਿਉਣ ਦਾ ਸਵਾਦ ਵੀ ਆਏਗਾ, ਤੈਨੂੰ ਰਸ ਵੀ ਆਏਗਾ, ਤੇ ਤੇਰਾ ਜੀਵਨ ਸਫਲ ਵੀ ਹੋ ਜਾਏਗਾ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੋ ਸ਼ਲੋਕਾਂ ਰਾਹੀਂ ਸਾਨੂੰ ਅੰਦਰ ਦੀ ਖੇਡ ਸਮਝਾਈ ਹੈ। ਆਪਣੇ ਅੰਦਰ ਦੇ ਰਾਮ ਨੂੰ ਸਮਝੋ, ਆਪਣੇ ਅੰਦਰ ਦੇ ਮਨ ਨੂੰ ਸਮਝੋ, ਚਿੱਤ ਨੂੰ, ਮਤ ਨੂੰ ਸਮਝੋ, ਫਿਰ ਅਸੀਂ ਇਹ ਰਾਵਣ ਨੂੰ ਮਾਰ ਕੇ ਨਿਰੰਕਾਰ ਤੱਕ ਪਹੁੰਚ ਸਕਦੇ ਹਾਂ। ਦੂਜੀ ਗੱਲ ਕਿ ਇਸ ਮਾਲਕ ਨੇ ਸਾਨੂੰ ਇਹ ਜਨਮ ਦਿੱਤਾ ਹੈ, ਔਰ ਉਹਦੇ ਹੁਕਮ ਵਿੱਚ ਇੱਕ ਦਿਨ ਉੱਠ ਕੇ ਦੁਨੀਆ ਤੋਂ ਚਲੇ ਜਾਣਾ ਹੈ। ਉਹਦੇ ਇਸ ਸੱਦੇ ਤੋਂ ਪਹਿਲਾਂ ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਸੱਦਾ ਤੇ ਪਤਾ ਨਹੀਂ ਕਦੋਂ ਆਉਣਾ, ਹੁਣੇ ਆ ਜਾਏ, ਪਲ ਨੂੰ ਆ ਜਾਏ, ਕੱਲ ਆ ਜਾਏ, ਪਰਸੋਂ, ਪਤਾ ਨਹੀਂ ਕਦੋਂ ਆਉਣਾ। ਪਰ ਉਸ ਤੋਂ ਪਹਿਲਾਂ ਜਿਹੜੀ ਸਾਨੂੰ ਖੁਰਾਕ ਚਾਹੀਦੀ ਹੈ ਉਹ ਆਪਾਂ ਮੰਗ ਲਈਏ। ਮਾਲਕ ਜੀ ਸਾਡੇ ਤੇ ਇੱਕ ਮਿਹਰ ਕਰ ਦਿਓ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
ਨਾਨਕ ਚਾਓ ਇਹ, ਨਾਨਕ ਚਾਓ ਇਹ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਇਹ ਅਰਦਾਸ ਕਰੋ। ਅਸੀਂ ਜਿੰਦ ਆਤਮਾ ਕਰਕੇ ਇਹ ਨਾਮ ਦੀ ਖੱਟੀ ਖੱਟ ਕੇ ਨੇਕ ਕਰਮ ਕਰਕੇ ਸੰਸਾਰ ਤੋਂ ਜਾਣਾ ਹੈ। ਇਸ ਲਈ ਪਲ ਪਲ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦਿਆਂ ਹੋਇਆਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣਾ ਸਕੀਏ। ਸਤਿਗੁਰੂ ਸਭਨਾਂ ਤੇ ਰਹਿਮਤ ਕਰਨ, ਨਾਮ ਬਾਣੀ 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 ਦੇ ਨਾਲ ਜੋੜੀ ਰੱਖਣ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਅੱਜ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਭੂਲਾ ਦੈਂਤ ਨਾ ਸਮਝਈ, ਤਿਨ ਪ੍ਰਭ ਕੀਏ ਕਾਮ। ਨਾਨਕ ਵੇ ਪਰਵਾਸ, ਕੀਰਤਨਾ ਮਿਟਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।